ਸਕਲਪਚਰ ਜਿਹੜਾ ਫੀਲਡ ਹੈ ਨਾ ਜੀ, ਸਕਲਪਚਰ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਇਹ 3 ਡਾਈਮੈਂਸ਼ਨਲ ਫਾਰਮ ਦੇ ਨਾਲ ਇਹਦਾ ਪਲੇ ਹੈ ਜੀ। ਵਿਜ਼ੂਅਲ ਆਰਟ ਹੈ ਕਿਉਂਕਿ ਇਹ ਇੱਕ ਪਰਫਾਰਮਿੰਗ ਆਰਟ ਹੁੰਦੇ ਆ ਜੀ ਜਿਹੜੇ, ਇੱਕ ਹੀ ਵਿਜ਼ੂਅਲ ਆਰਟ ਹੈ ਜਿਹੜਾ ਸਾਡਾ ਪੇਂਟਿੰਗ ਹੈ, ਸਕਲਪਚਰ ਹੈ। ਤਾਂ ਇਸ ਦੇ ਵਿੱਚ ਜਿਹੜੀ ਹੈ ਨਾ ਕਿ ਫਾਰਮ ਦੇ ਨਾਲ, ਆਕਾਰ ਦੇ ਨਾਲ ਪਲੇ ਹੈ। ਨਾ ਹੀ ਸਾਨੂੰ ਲੱਗਦਾ ਹੈ ਕਿ ਸਾਨੂੰ ਲੋੜ ਹੈ ਕਿ ਇਹ ਏਸੀ ਦੀ ਜਾਂ ਸਾਨੂੰ ਕਿਉਂਕਿ ਸਾਡਾ ਧਿਆਨ ਆਰਟ ਵਰਕ 'ਚ ਹੁੰਦਾ ਹੈ, ਕ੍ਰੀਏਸ਼ਨ 'ਚ ਹੁੰਦਾ ਹੈ, ਤਾਂ ਫਿਰ ਸਾਨੂੰ ਸਿਰਫ ਉਹਦੇ ਵੱਲ ਹੀ ਧਿਆਨ ਹੁੰਦਾ। ਮੈਂ ਪਹਿਲਾਂ ਇੰਜੀਨੀਅਰਿੰਗ ਕਰ ਰਿਹਾ ਸੀਗਾ, ਕੰਪਿਊਟਰ ਇੰਜੀਨੀਅਰਿੰਗ। ਫਿਰ ਮੈਨੂੰ ਲੱਗਿਆ ਕਿ ਮੇਰਾ ਅੱਗੇ ਫਿਊਚਰ ਜਿਹੜਾ ਹੈ ਉਹ ਆਰਟ ਦੇ ਵਿੱਚ ਜ਼ਿਆਦਾ ਵਧੀਆ ਬਣ ਸਕਦਾ ਹੈ। ਬਚਪਨ ਤੋਂ ਦੇਖਦੇ ਆ ਰਹੇ ਹਾਂ, ਜਦ ਦੀ ਹੋਸ਼ ਸੰਭਾਲੀ ਹੈ ਕਿ ਘਰ ਪਿਤਾ ਜੀ ਦਾ ਇੰਟਰਸਟ ਸੀਗਾ, ਉਹ ਕੰਮ ਕਰਦੇ ਸੀ ਜੀ। ਤੇ ਕਿਉਂਕਿ ਬੱਚਾ ਜੋ ਦੇਖਦਾ ਹੈ ਉੱਦਾਂ ਦਾ ਹੀ ਫਿਰ ਉਹਦਾ ਰੁਝਾਨ ਹੁੰਦਾ ਹੈ। ਮੇਰੇ ਵੱਡੇ ਬ੍ਰਦਰ ਹੈ, ਉਹਨਾਂ ਨੇ ਵੀ ਦਿੱਲੀ ਕਾਲਜ ਆਫ ਆਰਟ ਤੋਂ ਪੜ੍ਹਾਈ ਕੀਤੀ ਹੈ। ਮੇਰੇ ਤੋਂ 5 ਸਾਲ ਵੱਡੇ ਹੈ ਜੀ ਜੀ ਜੀ। ਤੇ ਅਸੀਂ ਇਕੱਠੇ ਹੀ ਕੰਮ ਕਰਦੇ ਹਾਂ। ਬਾਕੀ ਸਾਡੇ ਹਰ ਹੋਟਲ ਦੇ ਵਿੱਚ ਜਿਹੜੇ ਹੈ ਮਾਊਂਟ ਵਿਊ, ਸ਼ਿਵਾਲਿਕ ਵਿਊ, ਇਹਨਾਂ ਸਭ ਦੇ ਵਿੱਚ ਆਰਟ ਵਰਕਸ ਲੱਗੇ ਹੈ। ਕਲਾਗ੍ਰਾਮ ਦੇ ਵਿੱਚ ਸਾਡੇ ਲੱਗੇ ਹੈ। ਮੇਰਾ ਬੇਟਾ ਵੀ ਆਰਟਿਸਟ ਹੈ, ਉਹ ਵੀ ਅੱਛਾ ਕੰਮ ਕਰਦਾ, ਉਹ 10th 'ਚ ਹੈ ਹਜੇ ਤੱਕ। ਖੈਰ ਤੇ ਦੇਖੋ ਬਾਕੀ ਅਗਰ ਇਸੇ ਲਾਈਨ 'ਚ ਜਾਣ ਬੱਚੇ ਤਾਂ ਉਹ ਸਾਡਾ ਕੰਮ ਨੂੰ ਹੋਰ ਅੱਗੇ ਲਿਜਾ ਸਕਦੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੀਤਾ ਸਵਾਗਤ ਕਰਦੀ ਹਾਂ ਜੀ। ਪ੍ਰੋਗਰਾਮ ਹੈ ਆਮਣੇ ਸਾਹਮਣੇ। ਦੋਸਤੋ, ਕਲਾ ਕਿਸੇ ਵੀ ਤਰੀਕੇ ਨਾਲ ਸੀਮਤ ਨਹੀਂ ਰਹਿੰਦੀ ਤੇ ਅੱਜ ਜਿਹੜੀ ਮੈਂ ਸ਼ਖਸੀਅਤ ਤੁਹਾਡੇ ਰੂਬਰੂ ਕਰਵਾਉਣ ਜਾ ਰਹੀ ਹਾਂ ਉਹ 3 ਪੀੜ੍ਹੀਆਂ ਤੋਂ ਕਲਾ ਨੂੰ ਸਮਰਪਿਤ ਹੈ। ਇੱਕ ਸੁਹਜ ਕਲਾ, ਸਕਲਪਟਿੰਗ ਦੀ ਗੱਲ ਕਰਦੇ ਹਾਂ ਤੇ ਜਿਹੜੀ ਧਰਨਾ ਫੈਮਿਲੀ ਮੋਹਾਲੀ ਬੇਸਡ ਹੈ, ਉਹਨਾਂ ਵਿੱਚੋਂ ਅੱਜ ਧਰਮਜੀਤ ਸਿੰਘ ਜੀ ਰਾਜਨ ਸਾਡੇ ਨਾਲ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਜਿਹੜੀ ਤੁਸੀਂ ਇਹ ਸਕਲਪਟਿੰਗ ਦੀ ਗੱਲ ਕਰਦੇ ਹੋ, ਮੂਰਤੀ ਕਲਾ ਦੀ ਗੱਲ ਕਰਦੇ ਹੋ, ਤੁਹਾਡੀਆਂ ਪੂਰੀਆਂ ਜਿਹੜੀਆਂ 3 ਜਨਰੇਸ਼ਨਸ ਇਸ ਕਲਾ ਨੂੰ ਸਮਰਪਿਤ ਨੇ। ਸਭ ਤੋਂ ਪਹਿਲਾਂ ਤੁਹਾਡੇ ਫਾਦਰ ਸਾਹਿਬ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੂੰ ਬਾਬਾ ਬੋੜ ਹੋਣ ਦਾ ਵੀ ਅਵਾਰਡ ਮਿਲਿਆ ਹੈ। ਉਹਨਾਂ ਬਾਰੇ ਕੁਝ ਦੱਸੋ। ਦੇਖੋ ਜੀ, ਮੇਰੇ ਪਿਤਾ ਜੀ ਉਹਨਾਂ ਨੇ ਡਿਗਰੀ ਕੀਤੀ ਥਾਪਰ ਕਾਲਜ ਮਹਿੰਦਰਾ ਪਟਿਆਲਾ ਤੋਂ ਜੀ ਜੀ। ਫਿਰ ਉਹਨਾਂ ਨੇ ਕਿਉਂਕਿ ਮੇਰੇ ਦਾਦਾ ਜੀ ਡੈਂਟਿਸਟ ਸੀਗੇ, ਉਹਨਾਂ ਦਾ ਇੰਟਰਸਟ ਸੀਗਾ ਕਿ ਕ੍ਰੀਏਟਿਵ ਕੰਮ ਕੁਝ ਕੀਤੇ ਜਾਣ, ਤਾਂ ਫਿਰ ਉਹਨਾਂ ਦਾ ਰੁਝਾਨ ਇੱਧਰ ਹੀ ਸੀਗਾ। ਫਿਰ ਉਹਨਾਂ ਨੇ ਛੋਟੇ ਟॉयਜ਼ ਬਣਾਉਣੇ ਸ਼ੁਰੂ ਕੀਤੇ। ਉਸ ਤੋਂ ਬਾਅਦ ਫਿਰ ਉਹਨਾਂ ਨੇ ਬਿਜ਼ਨਸ ਹੋਰ ਆਪਣਾ ਕ੍ਰੀਏਟਿਵ ਜੌਬਸ, ਪੇਂਟਿੰਗ ਸ਼ੁਰੂ ਕੀਤੀਆਂ। ਤਾਂ ਫਿਰ ਉਹਨਾਂ ਨੂੰ ਕਿਉਂਕਿ ਪੋਇਟ ਵੀ ਹੈ, ਉਹ ਲਿਖਣ ਦਾ ਵੀ ਉਹਨਾਂ ਨੂੰ ਸ਼ੌਂਕ ਸੀਗਾ। ਅੱਛਾ, ਉਹ ਲਿਖਦੇ ਵੀ ਸੀ? ਹਾਂਜੀ ਹਾਂਜੀ ਹਾਂਜੀ। ਉਹਨਾਂ ਦੀ ਹੁਣ ਤਾਂ ਕਾਫੀ ਸਾਰੀਆਂ ਬੁੱਕਸ ਆਈਆਂ, ਪਬਲਿਸ਼ ਹੋਈਆਂ ਜੀ ਜੀ। ਪੰਜਾਬ ਦੇ ਬੜੇ ਐਮੀਨੈਂਟ ਪੋਇਟ ਹੈ ਬਲਵੰਤ ਸਿੰਘ ਮੁਸਾਫਿਰ। ਵਾਹ ਜੀ ਵਾਹ ਜੀ। ਮੁਸਾਫਿਰ ਤਖੱਲੁਸ ਹੈ ਜੀ ਉਹਨਾਂ ਦਾ ਜੀ। ਤੇ ਉਹਨਾਂ ਨੂੰ ਪੰਜਾਬੀ ਸਾਹਿਤ ਕਲਾ ਵੱਲੋਂ ਬਾਬਾ ਬੋੜ ਦਾ ਜੀ ਜੀ ਵੀ ਅਵਾਰਡ ਨਵਾਜਿਆ ਗਿਆ। ਹਾਂ ਜੀ ਜੀ। ਤੇ ਉਸ ਤੋਂ ਬਾਅਦ ਫਿਰ ਹੁਣ ਉਹਨਾਂ ਨੂੰ ਹੋਰ ਕਈ ਉਹਨਾਂ ਨੂੰ ਅਵਾਰਡ ਮਿਲੇ ਆ ਜੀ ਜੀ। ਮੇਰੇ ਹੋਰ ਕਿਸ ਤਰ੍ਹਾਂ ਦੇ ਸ਼ੌਂਕ ਰੱਖਦੇ ਸੀਗੇ ਮੇਰੇ ਪਿਤਾ ਜੀ? ਉਹਨਾਂ ਨੇ ਕਿਉਂਕਿ ਉਹ ਕਲਾ ਵੱਲ ਉਹਨਾਂ ਦਾ ਕਾਫੀ ਰੁਝਾਨ ਸੀ, ਤਾਂ ਫਿਰ ਉਹ ਪੰਜਾਬ ਫਿਸ਼ਰੀਜ਼ ਡਿਪਾਰਟਮੈਂਟ ਨਾਲ ਵੀ ਉਹਨਾਂ ਨੇ ਕਾਫੀ ਕੰਮ ਕੀਤਾ ਜੀ ਜੀ। ਤੇ ਟੈਬਲੂਜ਼ ਡਿਜ਼ਾਈਨ ਕਰਦੇ ਸੀ ਪੰਜਾਬ ਦੇ ਲਈ। ਤਾਂ ਫਿਰ ਕਿਉਂਕਿ ਅਸੀਂ ਛੋਟੇ ਸੀ, ਅਸੀਂ ਦੇਖਦੇ ਸੀ ਕਿ ਪਿਤਾ ਜੀ ਦਾ ਰੁਝਾਨ ਉੱਧਰ ਹੈ, ਤਾਂ ਫਿਰ ਅਸੀਂ ਵੀ ਮੇਰੇ ਵੱਡੇ ਬ੍ਰਦਰ ਹੈਗੇ ਆ, ਉਹਨਾਂ ਨੇ ਵੀ ਆਰਟ ਕਾਲਜ ਤੋਂ, ਦਿੱਲੀ ਕਾਲਜ ਆਫ ਆਰਟ ਤੋਂ ਫਿਰ ਸਿੱਖਿਆ ਪ੍ਰਾਪਤ ਕੀਤੀ ਹੈ, ਐਜੂਕੇਸ਼ਨ ਲਿੱਤੀ।
ਮੈਂ ਪਹਿਲਾਂ ਇੰਜੀਨੀਅਰਿੰਗ ਕਰ ਰਿਹਾ ਸੀਗਾ, ਕੰਪਿਊਟਰ ਇੰਜੀਨੀਅਰਿੰਗ। ਫਿਰ ਮੈਨੂੰ ਲੱਗਿਆ ਕਿ ਮੇਰਾ ਅੱਗੇ ਫਿਊਚਰ ਜਿਹੜਾ ਹੈ ਉਹ ਆਰਟ ਦੇ ਵਿੱਚ ਜ਼ਿਆਦਾ ਵਧੀਆ ਬਣ ਸਕਦਾ। ਹਾਂ। ਫਿਰ ਮੈਂ ਵੀ ਆਰਟਸ ਕਾਲਜ ਜੁਆਇਨ ਕੀਤਾ। ਮੈਂ ਵੀ ਆਪਣੀ ਐਜੂਕੇਸ਼ਨ ਜਿਹੜੀ ਹੈ ਇਸੇ ਫੀਲਡ ਦੇ ਵਿੱਚ ਲਿੱਤੀ ਜੀ। ਬੈਚਲਰਸ ਕੀਤੀ, ਫਿਰ ਮਾਸਟਰਸ ਕੀਤੀ ਜੀ। ਤਾਂ ਫਿਰ ਇਸੇ ਫੀਲਡ ਦੇ ਵਿੱਚ ਅਸੀਂ ਉਸ ਤੋਂ ਬਾਅਦ ਕੰਮ ਕਰ ਰਹੇ ਹਾਂ। ਪਿਤਾ ਜੀ ਦੀ ਗਾਈਡੈਂਸ ਸਾਨੂੰ ਪੂਰੀ ਸੀਗੀ। ਉਹਨਾਂ ਦਾ ਜਿਹੜਾ ਸ਼ੌਂਕ ਸੀ ਉਹ ਉੱਭਰ ਕੇ ਸਾਡੇ ਸਾਰਿਆਂ ਦੇ ਵਿੱਚ ਆਇਆ। ਤਾਂ ਫਿਰ ਅਸੀਂ ਸਾਰਿਆਂ ਨੇ ਬਹੁਤ ਕੰਮ ਕੀਤਾ ਇੱਥੇ। ਸਾਡੀ ਆਪਣੇ ਸਟੂਡੀਓ ਸੈਟਅਪ ਹੈਗੇ ਆ। ਜੀ। ਪਹਿਲਾਂ ਮੋਹਾਲੀ 'ਚ ਸੀ, ਫਿਰ ਹੁਣ ਸਾਡਾ ਕੁਰਾਲੀ ਫਾਰਮ ਹਾਊਸ ਹੈ, ਅਸੀਂ ਉੱਥੇ ਕੰਮ ਕਰਦੇ ਹਾਂ। ਜੀ। ਮੈਂ, ਮੇਰੇ ਬ੍ਰਦਰ। ਜੀ। ਹਾਂਜੀ। ਮਤਲਬ ਕਿ ਤੁਸੀਂ ਫਾਦਰ ਸਾਹਿਬ ਦਾ ਜਿਹੜਾ ਇੰਟਰਸਟ ਸੀ, ਤੁਸੀਂ ਹੋਰ ਉਹਨੂੰ ਅਗਾਂਹ ਵਧੂ ਹੋ ਕੇ ਜਿਹੜਾ ਉਹਨੂੰ ਸੰਭਾਲ ਲਿਆ, ਨਾਲ ਦੀ ਨਾਲ ਉਸੇ ਫੀਲਡ ਦੇ ਵਿੱਚ ਐਜੂਕੇਸ਼ਨ ਵੀ ਪ੍ਰਾਪਤ ਕੀਤੀ ਹੈ। ਜਿਵੇਂ ਕਿ ਤੁਸੀਂ ਦੱਸਿਆ ਕਿ BFA ਕੀਤਾ ਹੋਇਆ ਨਾ, ਫਾਈਨ ਆਰਟਸ ਵਿੱਚ ਤੁਸੀਂ। ਬੈਚਲਰ ਆਫ ਫਾਈਨ ਆਰਟਸ। ਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ। ਫਿਰ ਮਾਸਟਰਸ ਆਫ ਫਾਈਨ ਆਰਟਸ ਵੀ ਕੀਤੀ। ਜੀ ਫਾਈਨ। ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਬਲਵੰਤ ਸਿੰਘ ਮੁਸਾਫਿਰ ਜੀ ਸਿਰਫ ਲਿਖਦੇ ਹੀ ਨਹੀਂ ਸੀਗੇ, ਉਹ ਨਾਲ ਦੀ ਨਾਲ ਕਲਾ ਨੂੰ ਇੰਨਾ ਸਮਰਪਿਤ ਸੀਗੇ। ਉਹਨਾਂ ਦਾ ਅਲੱਗ-ਅਲੱਗ ਫੀਲਡ ਵਿੱਚ ਇੰਨਾ ਰੁਝਾਨ ਹੁੰਦਾ ਸੀ ਕਿ ਉਹ ਮਿਸਟਰ ਪਟਿਆਲਾ ਵੀ ਰਹਿ ਚੁੱਕੇ ਨੇ। ਨਾਲ ਦੇ ਨਾਲ ਉਹਨਾਂ ਦਾ ਰੈਸਲਰ ਹੋਣ ਵਜੋਂ ਵੀ ਨਾਮ ਜਾਣਿਆ ਜਾਂਦਾ ਹੈ। ਜੀ ਹੁਣ ਅਗਲੇ ਆਪਾਂ ਸਟੈਪ ਤੇ ਵੱਧਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਇਹ ਸਫ਼ਰ ਕਿਵੇਂ ਦਾ ਰਿਹਾ ਤੇ ਕਦੋਂ ਤੋਂ ਸਟਾਰਟ ਹੋਇਆ। ਰਾਜਨ ਜੀ, ਇਹ ਸਫ਼ਰ ਕਦੋਂ ਤੋਂ ਸਟਾਰਟ ਹੋਇਆ? ਦੇਖੋ ਜੀ, ਇਹ ਤਾਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ। ਜਦ ਦੀ ਹੋਸ਼ ਸੰਭਾਲੀ ਹੈ ਕਿ ਘਰ ਪਿਤਾ ਜੀ ਦਾ ਇੰਟਰਸਟ ਸੀਗਾ, ਉਹ ਕੰਮ ਕਰਦੇ ਸੀ ਜੀ। ਤੇ ਕਿਉਂਕਿ ਬੱਚਾ ਜੋ ਦੇਖਦਾ ਹੈ ਉਦਾਂ ਦਾ ਹੀ ਫਿਰ ਉਹਦਾ ਰੁਝਾਨ ਹੁੰਦਾ ਹੈ। ਜੀ। ਬਚਪਨ ਤੋਂ ਤੁਸੀਂ ਉਹਨਾਂ ਨੂੰ ਦੇਖਿਆ ਹੋਏਗਾ ਕਲਾ ਵਿੱਚ ਰੁੱਝੇ ਹੋਏ। ਜੀ। ਬਿਲਕੁਲ, ਸਾਡਾ ਵੀ ਉੱਧਰ ਹੀ ਰੁਝਾਨ ਹੋਇਆ। ਤੇ ਫਿਰ ਸਾਡੇ ਪਿਤਾ ਜੀ ਨੇ ਸਾਨੂੰ ਕਿਹਾ ਕਿ ਅਗਰ ਤੁਸੀਂ ਇਹੀ ਕੰਮ ਕਰਨਾ ਹੈ ਤਾਂ ਫਿਰ ਕਿਉਂ ਨਾ ਤੁਸੀਂ ਇਹਦੇ ਵਿੱਚ ਐਜੂਕੇਸ਼ਨ ਹਾਸਿਲ ਕਰੋ। ਬਿਲਕੁਲ। ਫਿਰ ਅਸੀਂ ਉਹਦੇ 'ਚ ਪੜ੍ਹਾਈ ਕੀਤੀ ਅੱਗੇ। ਫਿਰ ਅੱਗੇ ਕਾਫੀ ਸਕੂਲਸ ਕਾਲਜਿਸ ਦੇ ਵਿੱਚ ਵੀ ਅਸੀਂ ਕਾਫੀ ਅਵਾਰਡਸ ਆਉਂਦੇ ਰਹੇ ਸਾਡੇ। ਜੀ। ਹਾਂਜੀ। ਤੁਸੀਂ ਕਲਾ ਨੂੰ ਐਜੂਕੇਸ਼ਨ ਦੇ ਨਾਲ ਜੋੜ ਕੇ ਇਹਦੇ ਵਿੱਚ ਹੋਰ ਨਿਖਾਰ ਲਿਆਂਦਾ ਹੈਗਾ। ਬਿਲਕੁਲ। ਜੀ ਰਾਜਨ ਜੀ ਗੱਲ ਕਰੀਏ, ਇਹ ਕਲਾ ਜਿਹੜੀ ਹੈ ਕਿੰਨੇ ਪਾਰਟਸ ਵਿੱਚ ਹੁੰਦੀ ਹੈ? ਜਿਵੇਂ ਕਿ ਤੁਸੀਂ ਦੱਸ ਰਹੇ ਸੀਗੇ ਕਿ 3 ਡਾਇਮੈਂਸ਼ਨਲ ਇਹ ਕਲਾ ਹੈਗੀ ਹੈ ਨਾ। ਹਾਂਜੀ। ਜੋ ਸਕਲਪਚਰ ਜਿਹੜਾ ਫੀਲਡ ਹੈ ਨਾ ਜੀ, ਸਕਲਪਚਰ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਇਹ 3 ਡਾਇਮੈਂਸ਼ਨਲ ਫਾਰਮ ਦੇ ਨਾਲ ਇਹਦਾ ਪਲੇ ਹੈ। ਪਰਫਾਰਮਿੰਗ ਆਰਟ ਹੁੰਦੇ ਆ ਜੀ ਜਿਹੜੇ, ਇੱਕ ਇਹ ਵਿਜ਼ੂਅਲ ਆਰਟ ਹੈ ਜਿਹੜਾ ਸਾਡਾ, ਪੇਂਟਿੰਗ ਹੈ, ਸਕਲਪਚਰ ਹੈ। ਤਾਂ ਇਸ ਦੇ ਵਿੱਚ ਜਿਹੜੀ ਹੈ ਨਾ ਕੋਈ ਫਾਰਮ ਦੇ ਨਾਲ, ਆਕਾਰ ਦੇ ਨਾਲ ਪਲੇ ਹੈ। ਜੀ। ਇਸ ਦੇ ਵਿੱਚ ਜਦੋਂ ਸਾਨੂੰ ਸਿਖਾਇਆ ਜਾਂਦਾ ਹੈ ਕਾਲਜ ਦੇ ਵਿੱਚ, ਸਾਨੂੰ ਹਰ ਤਰ੍ਹਾਂ ਦੇ ਮੀਡੀਅਮ ਦੇ ਵਿੱਚ ਅਸੀਂ ਕੰਮ ਕਰਦੇ ਹਾਂ। ਪਲਾਸਟਰ ਆਫ ਪੈਰਿਸ 'ਚ ਕਰਦੇ ਹਾਂ ਅਸੀਂ, ਮੈਟਲ 'ਚ ਕਰਦੇ ਹਾਂ, ਵੁੱਡ ਕਾਰਵਿੰਗ ਕਰਦੇ ਹਾਂ, ਸਟੋਨ ਕਾਰਵਿੰਗ ਕਰਦੇ ਹਾਂ। ਵਾਓ। ਔਰ ਕਲੇ ਮਾਡਲਿੰਗ ਹੁੰਦੀ ਹੈ ਬੇਸਿਕ ਇਹਦਾ। ਜੀ। ਸੋ ਇੱਦਾਂ ਇਹਦੇ ਵਿੱਚ ਹਰ ਤਰੀਕੇ ਨਾਲ ਸਕਲਪਚਰ ਬਣਾਉਣੇ ਸਿਖਾਏ ਜਾਂਦੇ ਆ। ਜੀ। ਬਹੁਤ ਹੀ ਖੂਬ ਇੰਟਰਵਿਊ ਜਿਹੜੀ ਹੈ ਇਹਨਾਂ ਨਾਲ ਹੋ ਰਹੀ ਹੈ, ਗੱਲਬਾਤ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋ ਰਹੀ ਹੈ ਕਿਉਂਕਿ ਇਹ ਇੱਕ ਚੀਜ਼ ਨੂੰ ਲੈ ਕੇ ਨਹੀਂ ਘੜਦੇ। ਇਹ ਮੂਰਤੀਕਾਰ ਇੱਕ ਚੀਜ਼ ਦੇ ਨਹੀਂ ਹੈਗੇ, ਇਹ ਮੈਟਲ ਨੂੰ ਵੀ ਘੜਦੇ ਨੇ, ਮਿੱਟੀ ਨੂੰ ਵੀ ਤਰਾਸ਼ਦੇ ਨੇ, ਪੂਰੀ ਤਰ੍ਹਾਂ ਅਲੱਗ-ਅਲੱਗ ਮੂਰਤਾਂ ਬਣਾਉਂਦੇ ਨੇ, ਅਲੱਗ-ਅਲੱਗ ਵਸਤਾਂ ਬਣਾਉਂਦੇ ਨੇ। ਨਾਲ ਦੀ ਨਾਲ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਹੋਰ ਵੀ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਲੱਕੜ ਹੋ ਗਈ ਜਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਤਰਾਸ਼ਦੇ ਆ। ਅੱਜ ਕੱਲ੍ਹ ਬੜੇ ਮਟੀਰੀਅਲਸ ਬੜੇ ਡਿਫਰੈਂਟ ਆ ਚੁੱਕੇ ਆ ਜੀ। ਫਾਈਬਰ ਗਲਾਸ ਮਟੀਰੀਅਲ ਹੈ ਜੀ। ਹੁਣ ਆਹ ਜਿਹੜਾ ਸਕਲਪਚਰ ਤੁਸੀਂ ਦੇਖ ਰਹੇ ਹੋ ਜੀ, ਬਹੁਤ ਖੂਬ। ਹਾਂਜੀ। ਇਹ ਪਿਕਾਡਲੀ ਥੀਏਟਰ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਜੀ 60 ਫੁੱਟ ਦੀ ਮੂਰਤੀ ਲੱਗੀ ਹੈ। ਉਹਦਾ ਛੋਟਾ ਮਿਨੀਏਚਰ ਵਰਜ਼ਨ ਹੈ। ਅੱਛਾ ਜੀ। ਜਿਹੜਾ ਅਸੀਂ ਮੈਕਟ ਬਣਾਉਂਦੇ ਆ। ਜੀ। ਇਹ ਬਣਾ ਕੇ ਫਿਰ ਅਸੀਂ, ਕਿਉਂਕਿ ਇਹ ਸਕੇਲ ਦੇ ਵਿੱਚ ਬਣਿਆ ਹੋਇਆ, ਇਸੇ ਸਕੇਲ ਦੇ ਵਿੱਚ ਇਹੀ ਫਾਰਮ, ਇਹੀ ਆਕਾਰ 60 ਫੁੱਟ ਦਾ ਬਣਿਆ ਉੱਥੇ। ਜੀ। ਤਾਂ ਇਹ ਫਾਈਬਰ ਗਲਾਸ ਦੇ ਵਿੱਚ ਹੈ। ਇਸ ਦੇ ਵਿੱਚ ਨਵੇਂ ਮਟੀਰੀਅਲਸ ਹੈ ਜਿਨ੍ਹਾਂ ਦੇ ਵਿੱਚ ਕੀ ਹੁੰਦਾ ਕਿ ਇਹਦਾ ਅਸੀਂ ਲੁੱਕ ਦੇ ਸਕਦੇ ਹਾਂ ਇਹਨੂੰ ਮੈਟਲ ਦੀ। ਜੀ। ਤੇ ਤੁਸੀਂ ਚੰਡੀਗੜ੍ਹ ਦੀ ਗੱਲ ਕੀਤੀ, ਪਿਕਾਡਲੀ ਥੀਏਟਰ ਦੀ ਗੱਲ ਕੀਤੀ, ਜਿੱਥੇ ਕਿ ਇਹਦਾ ਵੱਡਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਰੂਪ ਉੱਥੇ ਆਕਾਰ ਹੈਗਾ ਬਹੁਤ ਉੱਚਾ, 60 ਫੁੱਟ ਦਾ। ਤੇ ਉੱਥੇ ਹੋਰ ਕਿੱਥੇ ਤੁਹਾਡੀਆਂ ਜਿਹੜੀਆਂ ਰਚਨਾਵਾਂ ਨੇ, ਉੱਥੇ ਤੁਸੀਂ ਕਿੱਥੇ ਲਗਵਾ ਚੁੱਕੇ ਹੋ ਹੁਣ ਤੱਕ? ਸਾਡੇ ਜੀ ਥਰੂ ਆਊਟ ਇੰਡੀਆ ਹੀ ਲੱਗੇ ਆ ਔਰ ਅਬਰੋਡ ਵੀ ਜਾਂਦੇ ਸਾਡੇ ਥਰੂ ਆਊਟ ਇੰਡੀਆ। ਸਾਡਾ ਜੈਪੁਰ ਸਾਡੇ ਲੱਗੇ ਆ ਬਹੁਤ ਅੱਛੇ ਸਕਲਪਚਰ। ਜੈਪੁਰ ਵਰਲਡ ਟ੍ਰੇਡ ਸੈਂਟਰ ਬਿਲਡਿੰਗ ਹੈ, ਉਹਦੇ ਨਾਲ GT ਸੈਂਟਰਲ ਬਿਲਡਿੰਗ ਹੈ। ਜੀ। ਉੱਥੇ ਸਾਡਾ ਸਕਲਪਚਰ ਲੱਗਿਆ ਜੀ। ਔਰ ਉਹ ਵੀ ਕੁਝ ਜ਼ਮੀਨ ਤੋਂ 60 ਫੁੱਟ ਉੱਤੇ 80 ਫੁੱਟ ਦਾ ਸਕਲਪਚਰ ਲੱਗਿਆ ਜੀ। ਵਾਹ ਜੀ, ਬਹੁਤ ਖੂਬ। ਹਾਂਜੀ। ਤੇ ਜੇ ਆਪਾਂ ਹੁਣ ਸ਼ੁਰੂਆਤ ਕਰਦੇ ਹਾਂ ਚੰਡੀਗੜ੍ਹ ਤੋਂ, ਚੰਡੀਗੜ੍ਹ ਆਪਾਂ ਲਾਗੇ ਤੋਂ ਸ਼ੁਰੂ ਕਰਦੇ ਹਾਂ, ਤੇ ਚੰਡੀਗੜ੍ਹ ਵਿੱਚ ਕਿੱਥੇ ਕਿਹੜੀ ਜਗ੍ਹਾ ਤੇ ਕਿਹੜੀ ਚੀਜ਼ ਤੁਸੀਂ ਹੁਣ ਲਗਵਾ ਚੁੱਕੇ ਹੋ? ਕੋਈ ਸਟੈਚੂ ਹੈ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਤੁਹਾਡੀ ਜਿਹੜੀ ਕਲਾ ਹੈਗੀ ਉਹ ਲੱਗੀ ਹੋਈ ਹੈ? ਚੰਡੀਗੜ੍ਹ ਜੀ ਦੇਖੋ, ਚੰਡੀਗੜ੍ਹ ਕਿਉਂਕਿ ਅਸੀਂ ਬੋਰਨ ਐਂਡ ਬ੍ਰੌਟ ਅਪ ਚੰਡੀਗੜ੍ਹ ਦੇ ਹੀ ਹਾਂ। ਅਸੀਂ ਇੱਥੇ ਜੰਮੇ ਪਲੇ ਵੱਡੇ ਹੋਏ ਹਾਂ। ਅਸੀਂ ਤਾਂ ਇੱਥੇ
ਬਚਪਨ ਤੋਂ ਇੱਥੇ ਕੰਮ ਕਰਦੇ ਆ ਰਹੇ ਹਾਂ। ਅੱਛਾ ਚੰਡੀਗੜ੍ਹ 'ਚ ਤਾਂ ਸਾਡੇ ਖੈਰ ਬਹੁਤ ਹੀ ਜਗ੍ਹਾ ਤੇ ਕੰਮ ਲੱਗੇ ਹੈ ਜੀ ਜੀ ਜੀ। ਔਰ ਜੇ ਮੇਨਲੀ ਮਾਈਲਸਟੋਨ ਤੁਸੀਂ ਕਹੋ, ਸਾਡਾ ਚੰਡੀਗੜ੍ਹ 'ਚ ਸਭ ਤੋਂ ਵੱਡਾ, ਨਾਰਥ ਇੰਡੀਆ ਦੇ ਵਿੱਚ ਹੀ ਸਭ ਤੋਂ ਵੱਡਾ ਸਕਲਪਚਰ ਜਿਹੜਾ ਐਬਸਟਰੈਕਟ ਸਕਲਪਚਰ ਹੈ ਜੀ ਜੀ ਜੀ, ਉਹ 60 ਫੀਟ ਦਾ ਪਿਕਾਰਡਲੀ ਦੇ ਵਿੱਚ ਲੱਗਾ ਹੋਇਆ ਹੈ। ਹਾਂਜੀ ਜੀ ਇਹ ਇੱਕ ਮਾਈਲਸਟੋਨ ਹੈ। ਬਾਕੀ ਸਾਡੇ ਹਰ ਹੋਟਲਸ ਦੇ ਵਿੱਚ ਜਿਹੜੇ ਹੈ ਮਾਊਂਟ ਵਿਊ, ਸ਼ਿਵਾਲਿਕ ਵਿਊ, ਇਹਨਾਂ 'ਚ ਸਭ ਦੇ ਵਿੱਚ ਆਰਟ ਵਰਕਸ ਲੱਗੇ ਆ। ਕਲਾਗ੍ਰਾਮ ਦੇ ਵਿੱਚ ਸਾਡੇ ਲੱਗੇ ਆ। ਹਾਂ ਹਾਂ ਹਾਂਜੀ ਹਾਂਜੀ ਜੀ ਜੀ। ਕਲਾਗ੍ਰਾਮ ਦੇ ਵਿੱਚ ਵਰਕਸ਼ਾਪਸ ਹੁੰਦੀਆਂ ਸਟੋਨ ਕਾਰਵਿੰਗ ਦੀਆਂ, ਤੇ ਉੱਥੇ ਵੀ ਸਾਡੇ ਉੱਥੇ ਸਿਟਕੋ ਹੈ ਇੱਕ ਚੰਡੀਗੜ੍ਹ ਦੀ ਆਰਗੇਨਾਈਜੇਸ਼ਨ ਜੀ, ਉੱਥੇ ਉਹਨਾਂ ਨੇ ਵੀ ਸਾਡੇ ਕਈ ਵਰਕਸ ਪਰਚੇਜ਼ ਕੀਤੇ ਆ। ਜੀ ਜੀ ਜੀ। ਤਾਂ ਚੰਡੀਗੜ੍ਹ 'ਚ ਤਾਂ ਅਸੀਂ ਕਈ ਜਗ੍ਹਾ ਤੇ ਸਾਡੇ ਪ੍ਰਾਈਵੇਟ ਕਲੈਕਸ਼ਨਸ ਬੜੀਆਂ ਹੈਗੀਆਂ ਲੋਕਾਂ ਦੇ ਕੋਲ ਜੀ। ਤੇ ਚਲੋ ਹੁਣ ਥੋੜਾ ਜਿਹਾ ਪੰਜਾਬ ਵੱਲ ਰੁਕ ਕਰਦੇ ਹਾਂ। ਤੇ ਜੇ ਆਪਾਂ ਗੱਲ ਕਰੀਏ, ਤੁਸੀਂ ਕਹਿ ਰਹੇ ਹੋ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ, ਤੁਸੀਂ ਜਲਿਆਂਵਾਲੇ ਬਾਗ ਵਿੱਚ ਵੀ ਆਪਣਾ ਜਿਹੜਾ ਕਲਾ ਦਾ ਹੁਨਰ ਦਿਖਾ ਚੁੱਕੇ ਹੋ, ਉੱਥੇ ਕੀ ਕੀ ਚੀਜ਼ ਹੈ ਸਾਡੇ ਦਰਸ਼ਕਾਂ ਨੂੰ ਦੱਸੋ। ਜਲਿਆਂਵਾਲਾ ਬਾਗ 'ਚ ਜੀ ਸਾਡਾ ਇੱਕ ਸਕਲਪਚਰ ਲੱਗਿਆ ਹੋਇਆ ਸ਼ਹੀਦ ਊਧਮ ਸਿੰਘ ਦਾ ਜੀ, ਤੇ ਉਹ ਅਸੀਂ ਲਗਾਇਆ ਜੀ ਜਲਿਆਂਵਾਲਾ ਬਾਗ ਦੇ ਵਿੱਚ ਐਂਟਰੀ ਤੇ ਹੀ ਲੱਗਿਆ ਹੋਇਆ। ਸ਼ਹੀਦ ਊਧਮ ਸਿੰਘ ਜੀ ਹੱਥ 'ਚ ਮਿੱਟੀ ਫੜ ਕੇ ਸਹੁੰ ਚੁੱਕ ਰਹੇ ਆ। ਅੱਛਾ ਜੀ। ਤੇ ਉਹ ਅੰਮ੍ਰਿਤਸਰ ਦੇ ਵਿੱਚ ਲੱਗਿਆ। ਹੋਰ ਸਾਡਾ ਇੱਕ ਅੰਮ੍ਰਿਤਸਰ ਦੇ ਵਿੱਚ ਸਕਲਪਚਰ, ਇੱਕ ਬਾਜ ਦਾ ਸਕਲਪਚਰ ਬਣਾਇਆ ਸੀ ਅਸੀਂ, ਚੌਂਕ ਦੇ ਵਿੱਚ ਲੱਗਿਆ ਸੀਗਾ ਜੀ। ਤੇ ਅੰਮ੍ਰਿਤਸਰ ਵੀ ਬਾਕੀ ਪ੍ਰਾਈਵੇਟ ਕਲੈਕਸ਼ਨ, ਮੋਹਨ ਇੰਟਰਨੈਸ਼ਨਲ ਹੋਟਲ ਦੇ ਵਿੱਚ ਵੀ ਸਾਡੇ ਆਰਟ ਵਰਕਸ ਲੱਗੇ ਆ ਜੀ। ਬਹੁਤ ਖੂਬ, ਬਹੁਤ ਖੂਬ ਜੀ। ਜੀ ਰਾਜਨ ਜੀ, ਤੁਸੀਂ ਗੱਲ ਕੀਤੀ ਹੈ ਕਿ 60 ਫੁੱਟ ਦਾ ਜਿਵੇਂ ਕਿ ਤੁਸੀਂ ਸਟੈਚੂ ਬਣਾਇਆ, ਤੇ ਇਸ ਤੋਂ ਵੱਡੇ ਵੀ ਹੋਣਗੇ ਜਿਹੜੇ ਤੁਸੀਂ ਕਲਾਕਾਰ ਹੋਣ ਦੇ ਵਜੋਂ ਬਹੁਤ ਵੱਡੀਆਂ ਕਲਾਕ੍ਰਿਤੀਆਂ ਬਣਾਈਆਂ ਹੋਣਗੀਆਂ। ਤੇ ਇੱਕ ਘਰ ਵਿੱਚ ਰਹਿ ਕੇ ਤਾਂ ਸਾਰਾ ਕੁਝ ਤੁਸੀਂ ਬਣਾ ਨਹੀਂ ਸਕਦੇ, ਕਿਉਂਕਿ ਖਲਾਰਾ ਵੀ ਬਥੇਰਾ ਹੁੰਦਾ ਹੋਣਾ ਜੀ। ਤੇ ਤੁਸੀਂ ਇਹ ਸਾਰਾ ਕੁਝ ਕਿਵੇਂ ਮੈਨੇਜ ਕਰਦੇ ਹੋ? ਕਿੱਥੇ ਸਾਰਾ ਕੁਝ ਤਰਾਸ਼ਦੇ ਹੋ? ਇਹ ਜੀ ਸਾਡਾ ਨਾ ਜੀ ਇੱਥੇ ਅਸੀਂ ਫਾਰਮ ਹਾਊਸ ਹੈਗਾ ਕੁਰਾਲੀ ਦੇ ਲਾਗੇ, ਅਸੀਂ ਉੱਥੇ ਕੰਮ ਕਰਦੇ ਹਾਂ, ਕਿਉਂਕਿ ਸਕਲਪਚਰ ਬਣਾਉਣ ਦੇ ਲਈ ਜਗ੍ਹਾ ਦੀ ਬਹੁਤ ਜ਼ਿਆਦਾ ਜਗ੍ਹਾ ਚਾਹੀਦੀ ਹੁੰਦੀ ਹੈ। ਹਾਂਜੀ, ਖੁੱਲੀ ਜਗ੍ਹਾ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਬੜੀ ਸਾਰੇ ਪ੍ਰੋਸੈਸ ਇਨਵੋਲਵ ਹੈ ਜੀ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਕੋਈ ਵੀ ਜਿਵੇਂ ਸਕਲਪਚਰ ਬਣਦਾ ਹੈ, ਉਸ ਦੇ ਵਿੱਚ ਵੀ ਪਹਿਲਾਂ ਉਹਦੀ ਆਰਮੇਚਰ ਬਣਦਾ, ਜਿਵੇਂ ਹੱਡੀਆਂ ਹੁੰਦੀਆਂ ਇਨਸਾਨ ਦੀਆਂ, ਸਕੈਲਟਨ ਸਿਸਟਮ ਹੁੰਦਾ, ਇੱਦਾਂ ਹੀ ਇੱਕ ਸਕਲਪਚਰ ਬਣਦਾ, ਇੱਕ ਸਕੈਲਟਨ, ਇੱਕ ਆਰਮੇਚਰ ਬਣਦਾ, ਜਿਹਦੇ 'ਚ ਅਸੀਂ ਸਰੀਏ ਦਾ ਇੱਕ ਬਣਦਾ ਆਰਮੇਚਰ। ਫਿਰ ਉਸਦੇ ਉੱਤੇ ਹੌਲੀ ਹੌਲੀ ਮਾਡਲਿੰਗ ਦੇ ਨਾਲ, ਉਹਦੇ ਤੇ ਪ੍ਰੋਸੈਸ ਦੇ ਨਾਲ ਉਹਦੇ ਉੱਤੇ ਚੜ੍ਹਦੀ ਹੈ, ਮਿੱਟੀ ਚੜ੍ਹਦੀ ਹੈ, ਫਿਰ ਉਹਨੂੰ ਹੌਲੀ 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 ਫਾਈਨਲ ਆਕਾਰ ਦੇ ਵਿੱਚ ਲਿਆਂਦਾ ਜਾਂਦਾ ਹੈ। ਤਾਂ ਇਹ ਫਿਰ ਉਸ ਤੋਂ ਬਾਅਦ ਉਹਦਾ ਮੋਲਡ ਬਣਦਾ ਨੈਗੇਟਿਵ, ਫਿਰ ਉਸ ਤੋਂ ਬਾਅਦ ਉਹਦੇ 'ਚ ਢਲਾਈ ਹੁੰਦੀ ਹੈ, ਕਾਸਟਿੰਗ। ਅੱਛਾ ਜੀ। ਸੋ ਇਹ ਇੰਨਾ ਪ੍ਰੋਸੈਸ ਕਰਨ ਦੇ ਲਈ ਜਗ੍ਹਾ ਬਹੁਤ ਚਾਹੀਦੀ ਹੈ, ਖੁੱਲੀ ਜਗ੍ਹਾ ਚਾਹੀਦੀ ਹੈ, ਏਅਰ ਹੀ ਹੋਣਾ ਚਾਹੀਦਾ ਹੈ ਸਕਲਪਚਰ ਸਟੂਡੀਓ ਜੀ ਜੀ ਜੀ। ਤਾਂ ਇਸ ਕਰਕੇ ਅਸੀਂ ਚੂਜ਼ ਕੀਤੀ ਜਗ੍ਹਾ ਸਾਡਾ ਫਾਰਮ ਹਾਊਸ ਹੈ ਜੀ ਕੁਰਾਲੀ ਦੇ ਲਾਗੇ, ਅਸੀਂ ਉੱਥੇ ਕੰਮ ਕਰਦੇ ਹਾਂ। ਹਾਂ ਹਾਂ ਹਾਂ। ਤੇ ਉਹਦੇ 'ਚ ਇੱਕ ਹੋਰ ਬੈਨੀਫਿਟ, ਕਿਉਂਕਿ ਸਕਲਪਚਰ ਬਣਾਉਣ ਦੇ ਲਈ, ਆਰਟ ਵਰਕ ਕਰਨ ਦੇ ਲਈ ਸ਼ਾਂਤੀ ਚਾਹੀਦੀ ਹੈ ਸ਼ਹਿਰੋਂ ਦੀ ਬਾਹਰ। ਤੇ ਜਗ੍ਹਾ ਸਾਨੂੰ ਬੜੀ ਸੂਟੇਬਲ ਲੱਗੀ। ਉੱਥੇ ਸਾਡਾ ਨੇਚਰ ਹੈ, ਪਲਾਂਟਸ ਹੈ ਔਰ ਸਕੂਨ ਹੈ। ਉੱਥੇ ਫਿਰ ਅਸੀਂ ਬੈਠ ਕੇ ਅਸੀਂ ਆਪਣਾ ਅੱਛਾ ਤਰੀਕੇ ਨਾਲ ਕੰਮ ਕਰਦੇ ਹਾਂ। ਪੀਸਫੁਲ ਹੈ ਔਰ ਖੁੱਲੀ ਜਗ੍ਹਾ ਹੈ। ਪਾਵਰ ਦੀ ਸਾਨੂੰ ਕੋਈ ਬਿਜਲੀ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਇਹਦੇ 'ਚ ਸਾਰਾ ਮੈਨੂਅਲ ਪ੍ਰੋਸੈਸ ਹੈ। ਜਿੰਨੀ ਕੁ ਜ਼ਰੂਰਤ ਹੁੰਦੀ ਹੈ ਉਨੀ ਕੁ ਸਾਡੇ ਕੋਲ ਹੈ। ਕੋਈ ਇਹ ਨਹੀਂ ਹੈ ਇੰਡਸਟਰੀ ਦੇ ਲਈ ਸਾਨੂੰ ਜਿਵੇਂ ਬੜੇ ਕਿਲੋਵਾਟ ਚਾਹੀਦੀ ਹੈ, એનર્ਜੀ ਚਾਹੀਦੀ ਹੈ। ਸੋ ਇਹਦੇ ਵਿੱਚ ਇਹ ਹੈ ਕਿ ਜਿੰਨਾ ਕੁ ਟਾਈਮ ਅਸੀਂ ਕੰਮ, ਜਿੰਨੀ ਕੁ ਜਗ੍ਹਾ ਚਾਹੀਦੀ ਹੈ ਸਾਨੂੰ, ਤਾਂ ਉਹ ਸਾਡਾ ਸੂਟੇਬਲ ਕੰਡੀਸ਼ਨ ਸਾਡੀਆਂ ਫਾਰਮ ਹਾਊਸ ਤੇ ਸੀਗੀਆਂ। ਇਸ ਕਰਕੇ ਅੱਛਾ, ਤੁਸੀਂ ਗੱਲ ਕੀਤੀ ਹੈ ਬਿਜਲੀ ਦੀ ਰਿਕੁਆਇਰਮੈਂਟ ਦੀ, ਤੇ ਮੇਰਾ ਥੋੜਾ ਜਿਹਾ ਇੰਟਰਸਟ ਇਹ ਪੁੱਛਣ 'ਚ ਹੈਗਾ ਕਿ ਤੁਸੀਂ ਕਿਵੇਂ ਏਸੀ ਵਿੱਚ ਕੰਮ ਕਰਦੇ ਹੋ ਜਾਂ ਕਿੱਦਾਂ ਕੰਮ ਕਰਦੇ ਹੋ? ਨਹੀਂ ਜੀ, ਨਹੀਂ, ਬਿਲਕੁਲ ਏਸੀ 'ਚ ਨਹੀਂ ਕੰਮ ਕਰਦੇ, ਕਿਉਂਕਿ ਅਸੀਂ ਜਿਵੇਂ ਬੇਸਿਕ ਮਾਡਲਿੰਗ ਕਰਦੇ ਹਾਂ ਕਲੇ ਦੇ ਨਾਲ, ਤੇ ਕਲੇ ਦੇ ਵਿੱਚ ਇਹ ਹੁੰਦਾ ਜੀ, ਕਲੇ 'ਚ ਮੋਇਸਚਰ ਰਿਟੇਨ ਰਹਿਣਾ ਚਾਹੀਦਾ, ਨਹੀਂ ਤਾਂ ਕਲੇ ਜਿਹੜੀ ਚੀਕਨੀ ਮਿੱਟੀ ਹੈ ਜਿਹਦੇ ਨਾਲ ਅਸੀਂ ਕੰਮ ਕਰਦੇ ਹਾਂ, ਜੇ ਉਹ ਪਾਣੀ ਸੁੱਕ ਜਾਏ, ਉਹ 'ਚੋਂ ਹਾਰਡ ਹੋ ਜਾਏਗੀ, ਫਿਰ ਉੱਤੇ ਕੰਮ ਕਰਨਾ ਪੋਸੀਬਲ ਨਹੀਂ ਹੈ ਜੀ ਜੀ ਜੀ। ਤਾਂ ਇਸ ਕਰਕੇ ਅਸੀਂ ਪੱਖਾ ਜੇ ਚਲਾ ਲਾਂਗੇ ਤਾਂ ਕਲੇ ਹਾਰਡ ਹੋ ਜਾਏਗੀ, ਅਸੀਂ ਏਸੀ ਚਲਾ ਲਾਂਗੇ ਤਾਂ ਸਾਨੂੰ ਕੋਈ ਲੋੜ ਮਹਿਸੂਸ ਨਹੀਂ ਹੁੰਦੀ ਉਹਦੀ। ਸਾਨੂੰ ਲੱਗਦਾ ਹੈ ਕਿ ਸਾਨੂੰ ਲੋੜ ਹੈ ਕਿ ਇਹ ਏਸੀ ਦੀ, ਜਾਂ ਸਾਨੂੰ ਕਿਉਂਕਿ ਸਾਡਾ ਧਿਆਨ ਆਰਟ ਵਰਕ 'ਚ ਹੁੰਦਾ ਹੈ, ਕ੍ਰੀਏਸ਼ਨ 'ਚ ਹੁੰਦਾ ਹੈ, ਤਾਂ ਫਿਰ ਸਾਨੂੰ ਸਿਰਫ ਉਹਦੇ ਵੱਲ ਹੀ ਧਿਆਨ ਹੁੰਦਾ ਹੈ। ਤਾਂ ਫਿਰ ਅਸੀਂ ਉਹਦੇ 'ਚ ਉਹਦੇ ਹੀ ਤੁਸੀਂ ਕਲਾ ਵਿੱਚ ਇੰਨਾ ਆਪਣੀ ਰੁੱਝੇ ਹੋਏ ਹੁੰਦੇ ਹੋ, ਤੁਹਾਨੂੰ ਗਰਮੀ ਸਰਦੀ ਮਹਿਸੂਸ ਹੀ ਨਹੀਂ ਹੁੰਦੀ ਹੈ ਨਾ? ਹਾਂਜੀ ਹਾਂਜੀ। ਕਿਉਂਕਿ ਜੇ ਅਸੀਂ ਸੋਚਾਂਗੇ ਉਹਦੇ ਬਾਰੇ, ਤੇ ਅਸੀਂ ਇਹ ਵੀ ਦੇਖਣਾ ਹੈ ਕਿ ਸਾਡਾ ਖਰਾਬ ਨਾ ਹੋਵੇ ਕੰਮ। ਬਿਲਕੁਲ ਬਿਲਕੁਲ। ਕੰਮ ਜਿਹੜਾ ਉਹਦੀ ਪੋਸੀਬਿਲਿਟੀਜ਼ ਜਿਹੜੀਆਂ ਉਹ ਮੋਰ ਜ਼ਿਆਦਾ ਐਕਸਪਲੋਰ ਕਰਨ ਦੇ ਲਈ ਉਹਨੂੰ ਸਾਨੂੰ ਜਿੰਨਾ ਮੋਇਸਚਰ ਰਿਟੇਨ ਕਰਕੇ ਰੱਖਣਾ ਪੈਂਦਾ, ਉਦਾਂ ਹੀ ਰੱਖਣਾ ਪੈਂਦਾ ਜੀ ਜੀ। ਅੱਛਾ ਰਾਜਨ ਜੀ, ਤੁਸੀਂ ਜਿਵੇਂ ਗੱਲ ਕੀਤੀ ਫਾਰਮ ਹਾਊਸ ਦੀ, ਤੇ ਤੁਸੀਂ ਤਕਰੀਬਨ ਦਿਨ ਵਿੱਚ ਕਿੰਨੇ ਘੰਟੇ ਉੱਥੇ ਬਤੀਤ ਕਰਦੇ ਹੋ? ਇਸ ਕੰਮ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ 24 ਘੰਟੇ 'ਚ? ਅਸੀਂ ਜੀ ਦੇਖੋ, ਸਵੇਰੇ 8-9 ਵਜੇ ਤੋਂ ਚਲੇ ਜਾਂਦੇ ਹਾਂ ਜੀ ਉੱਥੇ, ਜਿਵੇਂ ਲੋਕੀ ਦਫ਼ਤਰ ਜਾਂਦੇ ਆ ਆਪਣੇ, ਤੇ ਸਾਨੂੰ 5-6-7 ਵੀ ਵੱਜ ਜਾਂਦੇ ਆ ਕਈ ਵਾਰੀ। ਜੇ ਕੰਮ ਚੱਲ ਰਿਹਾ ਹੋਵੇ,
ਰੂਹ ਜ਼ਿਆਦਾ ਉਹਦੇ 'ਚ ਲੱਗੀ ਹੋਵੇ ਹਾਂ ਫਿਰ ਅਸੀਂ ਉਹਨੂੰ ਜ਼ਿਆਦਾ ਦੇਰ ਵੀ ਕਰ ਲੈਂਦੇ, ਰਾਤ ਵੀ ਲਗਾ ਲੈਂਦੇ ਹਾਂ। ਦੇਖੋ ਜੀ, ਸਕਲਪਚਰ ਬਣਾਉਣ ਦੇ ਲਈ ਇੱਕ ਟੀਮ ਦੀ ਜ਼ਰੂਰਤ ਹੁੰਦੀ ਹੈ ਔਰ ਉਹਦੇ 'ਚ ਕੀ ਹੈ ਜੀ, ਦੇਖੋ ਮੈਂ ਬੜੀ ਅੱਛੀ ਸਾਡੀ ਗੱਲ ਹੈ ਕਿ ਮੇਰੇ ਵੱਡੇ ਬ੍ਰਦਰ ਹੈ, ਉਹਨਾਂ ਦਾ ਵੀ ਬੜਾ ਸਾਥ ਹੈ। ਅਸੀਂ ਇਕੱਠੇ ਕੰਮ ਕਰਦੇ ਹਾਂ। ਮੇਰੇ ਪਾਪਾ ਜਿਹੜੇ ਹੈ ਫਾਦਰ ਸਾਹਿਬ ਨੇ ਸਾਨੂੰ ਗਾਈਡ ਕੀਤਾ। ਫਿਰ ਸਾਡੇ ਮੇਰੇ ਵੱਡੇ ਬ੍ਰਦਰ ਹੈ, ਉਹਨਾਂ ਨੇ ਵੀ ਦਿੱਲੀ ਕਾਲਜ ਆਫ ਆਰਟ ਤੋਂ ਪੜ੍ਹਾਈ ਕੀਤੀ ਹੈ ਤੇ ਉਹ ਮੇਰੇ ਤੋਂ 5 ਸਾਲ ਵੱਡੇ ਹੈ ਜੀ ਜੀ ਜੀ। ਤੇ ਅਸੀਂ ਇਕੱਠੇ ਹੀ ਕੰਮ ਕਰਦੇ ਹਾਂ। ਤਾਂ ਉਹਦੇ ਵਿੱਚ ਕੀ ਹੈ ਕਿ ਸਕਲਪਚਰ ਬਣਾਉਣ ਦੇ ਲਈ ਇੱਕ ਟੀਮ ਜੇ ਹੋਏ ਤਾਂ ਬਾ ਕਮਾਲ ਚੀਜ਼ ਨਿਕਲਦੀ ਹੈ ਜੀ ਜੀ। ਤਾਂ ਬੜਾ ਸਾਥ, ਬੜਾ ਸਹਿਯੋਗ ਹੈ ਉਹਨਾਂ ਦਾ। ਅਸੀਂ ਇਕੱਠੇ ਮਿਲ ਕੇ ਬੜਾ ਅੱਛਾ ਕੰਮ ਕਰਦੇ ਹਾਂ ਔਰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਤੁਹਾਡੇ ਨਾਲ ਤੁਹਾਡੇ ਬ੍ਰਦਰ ਹੈ ਜੀ ਜੀ। ਹੋਰ ਮੇਰੇ ਇੱਦਾਂ ਹੀ ਸਾਡੇ ਹੁਣ ਸਾਡੀ ਫੈਮਿਲੀ ਸਾਰੀ ਆਰਟਿਸਟ ਹੈ। ਮੇਰੇ ਪਾਪਾ ਦੀ ਬੜੀ ਗਾਈਡੈਂਸ ਹੈ, ਵੱਡੇ ਬ੍ਰਦਰ ਦੀ ਗਾਈਡੈਂਸ ਹੈ, ਮੇਰੀ ਵਾਈਫ ਆਰਟਿਸਟ ਹੈ, ਸਾਡੇ ਅੱਗੋਂ ਮੇਰੇ ਵੱਡੇ ਭਰਾ ਦੇ ਬੱਚੇ ਹੈ, ਉਹ ਵੀ ਆਰਟ ਕਾਲਜ 'ਚ ਹੈ। ਅੱਛਾ। ਮੇਰਾ ਬੇਟਾ ਵੀ ਆਰਟਿਸਟ ਹੈ, ਉਹ ਵੀ ਅੱਛਾ ਕੰਮ ਕਰਦਾ, ਉਹਦੀ 10th 'ਚ ਹੈ ਹਜੇ ਤੱਕ ਖੈਰ। ਤੇ ਦੇਖੋ ਬਾਕੀ ਅਗਰ ਇਸੇ ਲਾਈਨ 'ਚ ਜਾਣ ਬੱਚੇ ਤਾਂ ਹੁਣ ਜਿਵੇਂ ਅਸੀਂ ਆਪਣੇ ਪਿਤਾ ਦੀ ਲੈਗੇਸੀ ਨੂੰ ਅੱਗੇ ਲੈ ਕੇ ਗਏ ਹਾਂ, ਬਿਲਕੁਲ ਬਿਲਕੁਲ, ਉਹ ਸਾਡਾ ਕੰਮ ਨੂੰ ਹੋਰ ਅੱਗੇ ਲਿਜਾ ਸਕਦੇ ਹਾਂ। ਜੀ 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 ਜੀ। ਇਹ ਬਹੁਤ ਅੱਛੀ ਗੱਲ ਹੈ ਕਿ ਤੁਹਾਡਾ ਬੇਟਾ ਵੀ ਇਸ ਲਾਈਨ ਵਿੱਚ ਹੈ, ਕਿਉਂਕਿ ਅਗਲੀ ਜਨਰੇਸ਼ਨ ਜਿਹੜੀ ਹੈ ਆਪਾਂ ਉਹਦੇ ਬਾਰੇ ਕੋਈ ਗਾਰੰਟੀ ਨਹੀਂ ਦੇ ਸਕਦੇ ਕਿ ਉਹਨਾਂ ਦਾ ਕਿੱਥੇ ਇੰਟਰਸਟ ਹੈਗਾ। ਇਹ ਕੁਦਰਤੀ ਤੌਰ ਤੇ ਤੁਹਾਨੂੰ ਇੱਕ ਤੋਹਫਾ ਹੈ ਰੱਬ ਵੱਲੋਂ ਕਿ ਉਹਨਾਂ ਨੇ ਤੁਹਾਡੀ ਇਸ ਲੈਗੇਸੀ ਨੂੰ ਸੰਭਾਲਣਾ ਜ਼ਰੂਰੀ ਸਮਝਿਆ। ਨੋ ਡਾਊਟ ਕਿ ਉਹ ਹਲੇ 10th 'ਚ ਹੈਗੇ ਆ, ਅੱਗੇ ਉਹ ਇਸ ਚੀਜ਼ ਨੂੰ ਹੋਰ ਅੱਗੇ ਲੈ ਕੇ ਜਾਣਗੇ। ਜੀ ਦਰਸ਼ਕੋ, ਹੁਣ ਇਹਨਾਂ ਦੇ ਜਿਹੜੇ ਵੱਡੇ ਭਾਈ ਸਾਹਿਬ ਨੇ ਪਰਮਜੀਤ ਸਿੰਘ ਰਾਣਾ, ਆਓ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਰਮਜੀਤ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ ਜੀ। ਤੁਹਾਡੀ ਐਜੂਕੇਸ਼ਨ ਕੀ ਹੈ? ਮੇਰਾ ਨਾ ਜੀ, ਮੈਂ BFA ਚੰਡੀਗੜ੍ਹ ਕਾਲਜ ਆਫ ਆਰਟ ਤੋਂ ਕੀਤੀ ਹੈ ਤੇ MFA ਦਿੱਲੀ ਕਾਲਜ ਆਫ ਆਰਟ ਤੋਂ ਕੀਤੀ ਹੈ। ਜੀ ਜੀ ਜੀ, ਬਹੁਤ ਖੂਬ। ਅੱਛਾ, ਮੈਨੂੰ ਤੁਸੀਂ ਦੱਸੋ ਕਿ ਵੀ ਆਪਣਾ ਪੰਜਾਬ ਵਿੱਚ ਹੋਰ ਕਿੱਥੇ-ਕਿੱਥੇ ਕੰਮ ਹੈਗਾ? ਪੰਜਾਬ 'ਚ ਅਸੀਂ ਨਾ ਜੀ ਅੰਮ੍ਰਿਤਸਰ ਤੋਂ ਇਲਾਵਾ ਬਰਨਾਲੇ ਦੇ ਵਿੱਚ ਸਾਡੇ ਸਕਲਪਚਰ ਲੱਗਾ ਹੈ ਮੈਟਲ ਦਾ। ਤੇ ਉਸ ਤੋਂ ਬਾਅਦ ਫਿਰ ਫਿਰੋਜ਼ਪੁਰ, ਗੁਰਦਾਸਪੁਰ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਸਾਡੇ ਸਕਲਪਚਰਸ ਲੱਗੇ ਨੇ, ਜਿਹਦੇ 'ਚ ਮੈਟਲ ਦੇ ਵੀ ਨੇ, ਬ੍ਰੌਂਜ਼ ਦੇ ਵੀ ਨੇ ਔਰ ਫਾਈਬਰ ਦੇ ਵੀ ਬਹੁਤ ਸਾਰੇ ਹੈਗੇ ਨੇ, ਬਹੁਤ ਸਾਰੇ ਪਾਰਕ, ਬਹੁਤ ਸਾਰੀਆਂ ਚੀਜ਼ਾਂ ਨੇ ਜੀ ਜੀ। ਤੁਸੀਂ ਜਿਹੜਾ ਦੱਸ ਰਹੇ ਹੋ ਕਿ ਪੰਜਾਬ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਜ਼ਿਲ੍ਹਾ ਐਸਾ ਰਹਿ ਗਿਆ ਜਿੱਥੇ ਤੁਹਾਡੀ ਕਲਾ ਨੂੰ ਨਹੀਂ ਦੇਖਿਆ ਜਾ ਸਕਦਾ। ਤੇ ਹੁਣ ਥੋੜਾ ਜਿਹਾ ਰੁਕ ਕਰਦੇ ਹਰਿਆਣੇ ਵੱਲ, ਤੇ ਹਰਿਆਣਾ ਵਿੱਚ ਤੁਹਾਡੇ ਕਿੱਥੇ ਇਹ ਸਕਲਪਚਰਸ ਜਾਂ ਹੋਰ ਜਿਹੜੀਆਂ ਰਚਨਾਵਾਂ ਲੱਗੀਆਂ ਹੋਈਆਂ ਨੇ? ਹਰਿਆਣਾ 'ਚ ਜੀ ਅਸੀਂ ਅਗਰ ਸਟਾਰਟ ਕਰੀਏ ਤੇ ਅੰਬਾਲੇ ਦੇ ਵਿੱਚ ਅਸੀਂ ਸ਼ਹੀਦਾਂ ਦੇ ਕੁਝ ਸਕਲਪਚਰ ਬ੍ਰੌਂਜ਼ ਦੇ ਲਗਾਏ ਨੇ। ਅੱਛਾ ਜੀ। ਉਸ ਤੋਂ ਬਾਅਦ ਫਿਰ ਕਰਨਾਲ ਦੇ ਵਿੱਚ ਅਸੀਂ ਚੱਲੀਏ ਤਾਂ ਕਰਨਾਲ ਦੇ ਵਿੱਚ ਅਸੀਂ ਇੱਕ ਗੀਤਾ ਦੁਆਰ ਬਣਾਇਆ ਹੈਗਾ ਜੀ, ਜਿਹੜਾ ਐਂਟਰੀ ਗੇਟ ਹੈਗਾ। ਹਾਂਜੀ ਬਿਲਕੁਲ ਜੀ, ਬਿਲਕੁਲ ਲਿਬਰਟੀ ਚੌਂਕ ਦਾ। ਤੇ ਉੱਥੇ ਉਹ ਪੂਰਾ ਕਾਫੀ ਵੱਡਾ ਗੇਟ ਹੈਗਾ। ਤੇ ਕੁਰੂਕਸ਼ੇਤਰ ਦੇ ਵਿੱਚ ਅਸੀਂ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਦਾ ਅਸੀਂ ਕੰਮ ਕੀਤਾ ਹੈਗਾ ਜੀ। ਉਹਦੇ ਵਿੱਚ ਅਸੀਂ ਉਹਨਾਂ ਦਾ ਨਾ 119 ਏਕੜ ਦੇ ਵਿੱਚ ਜਿਹੜਾ ਆਪਣੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਪਾਵਰ ਗ੍ਰਿਡ ਸੀਗਾ। ਤੇ ਉਹਨਾਂ ਦਾ ਟੋਟਲ ਜਿਹੜੇ ਐਸਥੈਟਿਕਸ ਹੈਗੇ ਨੇ, ਜੋ ਉਹਨਾਂ ਦਾ ਆਰਟ ਵਰਕ ਹੈ, ਜੋ ਉਹਨਾਂ ਦੀ ਪਾਰਕ ਹੈਗੇ ਨੇ, ਬਿਲਡਿੰਗ ਦੇ ਵਿੱਚ ਸਕਲਪਚਰਸ ਨੇ, ਮਿਊਰਲਸ ਨੇ, ਪੇਂਟਿੰਗਸ ਨੇ, ਉਹ ਕੀਤੀਆਂ। ਦੈਨ ਫਿਰ ਅਸੀਂ ਬਰਵਾਲੇ ਇਹਨਾਂ ਦਾ ਇੱਕ ਹੈਗਾ ਪਾਵਰ ਗ੍ਰਿਡ ਦਾ, ਉਹਦੇ ਵਿੱਚ ਵੀ ਅਸੀਂ ਉਹਨਾਂ ਦਾ ਟੋਟਲ ਆਰਟ ਵਰਕਸ ਕੀਤਾ। ਤੇ ਅਗੇਨ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਹੈਗਾ ਇੱਕ ਛੋਟਾ ਪਾਵਰ ਗ੍ਰਿਡ ਸਟੇਸ਼ਨ, ਉਹਦੇ ਵਿੱਚ ਵੀ ਕਾਫੀ ਪੇਂਟਿੰਗਸ ਤੇ ਸਕਲਪਚਰਸ ਕੀਤੇ। ਕਿਉਂਕਿ ਕੀ ਹੈ ਕਿ ਸਮਾਂ ਰਹਿੰਦੇ ਪਹਿਲਾਂ ਪਾਪਾ ਨਾਲ ਅਸੀਂ ਸ਼ੁਰੂ ਹੋਏ, ਫਿਰ ਸਾਡੇ ਨਾਲ ਬੱਚੇ ਹੋ ਗਏ ਤੇ ਬੱਚਿਆਂ ਨੇ ਫਿਰ ਪੇਂਟਿੰਗ ਦੇ ਨਾਲ, ਪਹਿਲਾਂ ਅਸੀਂ ਪੇਂਟਿੰਗ ਘੱਟ ਕਰਦੇ ਸੀ, ਹੁਣ ਬੇਟੀ ਪੇਂਟਿੰਗ 'ਚ ਹੈ ਤੇ ਫਿਰ ਉਹਨਾਂ ਨੇ ਸਟਾਰਟ ਕੀਤਾ। ਤੇ ਹੁਣ ਤਾਂ ਹਰਿਆਣਾ ਦਾ ਤਾਂ ਕਾਫੀ ਕੰਮ ਹੋ ਗਿਆ। ਉਸ ਤੋਂ ਬਾਅਦ ਫਿਰ ਅਸੀਂ ਜਾਈਏ ਤਾਂ ਹਾਲਾਂਕਿ ਸਕਲਪਚਰ ਸਾਡੇ ਹੁਣ ਪਾਰਕਾਂ 'ਚ ਲੱਗ ਗਏ। ਪਹਿਲਾਂ ਇਹ GT ਰੋਡ ਦੇ ਉੱਤੇ ਲੱਗੇ ਹੁੰਦੇ ਸੀਗੇ ਸਕਲਪਚਰ, ਸ਼ੇਰ ਸ਼ਾਹ ਸੂਰੀ ਦਾ ਤੇ ਇੱਕ ਉੱਥੇ ਇਸ ਤਰ੍ਹਾਂ ਹੋਰ ਬਹੁਤ ਸਾਰੇ ਬਾਈ ਰੋਡ ਦਿੱਲੀ ਦੇ ਨਿਕਲ ਜਾਂਦੇ ਆ। ਉਸ ਤੋਂ ਬਾਅਦ ਫਿਰ ਆਪਾਂ ਦਿੱਲੀ ਜਾਈਏ ਤੇ ਦਿੱਲੀ ਦੇ ਬਹੁਤ ਸਾਰੇ ਹੋਟਲਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਕੰਮ ਕੀਤਾ। ਹਿਲਟਨ ਹੈਗਾ ਜੀ ਜਨਕਪੁਰੀ, ਜਿਹੜਾ ਹੁਣ ਪਿਕੈਡਲੀ ਹੋ ਗਿਆ। ਤੇ ਉਹਨਾਂ ਦਾ ਕੰਪਲੀਟ ਆਰਟ ਵਰਕ, ਕੰਪਲੀਟ ਤੋਂ ਮੇਰਾ ਭਾਵ ਹੈਗਾ ਉਹਨਾਂ ਦੇ ਜਿੰਨੇ ਵੀ ਸਕਲਪਚਰਸ, ਪੇਂਟਿੰਗਸ, ਰੂਮਸ ਦੇ, ਲੌਬੀ ਦੇ, ਐਂਟਰੀ ਦੇ ਉੱਤੇ, ਈਵਨ ਪਲਾਂਟਰਸ। ਅੱਛਾ ਜੀ। ਸੋ ਫਰਨੀਚਰ ਵੀ ਅਸੀਂ ਉਹਨਾਂ ਦਾ ਕਾਫੀ ਕੀਤਾ ਹੈਗਾ। ਵਾਹ ਜੀ ਵਾਹ। ਤੇ ਉਸ ਤੋਂ ਬਾਅਦ ਸੂਰਿਆ ਇੰਟਰਨੈਸ਼ਨਲ ਹੈਗਾ, ਉਹਨਾਂ ਦਾ ਵੀ ਆਰਟ ਵਰਕ ਬਹੁਤ ਕੀਤਾ ਹੈਗਾ। ਤੇ ਫਿਰ ਝੰਡੇਵਾਲਾ ਮਾਤਾ ਮੰਦਿਰ ਦੇ ਵਿੱਚ ਸਾਡਾ ਉਹਨਾਂ ਨੇ ਇੱਕ ਮਿਊਜ਼ੀਅਮ ਕ੍ਰੀਏਟ ਕੀਤਾ ਹੈ, ਕਿਉਂਕਿ ਉਹਨਾਂ ਨੂੰ ਪ੍ਰੇਮ ਕੁਮਾਰ ਜੀ ਨੇ, ਜਿਹੜੇ ਹੁਣ ਇਸ ਸਮੇਂ ਇਸ ਦੁਨੀਆ 'ਚ ਨਹੀਂ ਨੇ, ਤੇ ਉਹਨਾਂ ਨੇ ਸਾਡੇ ਕੋਲੋਂ ਕਾਫੀ ਕੰਮ ਕਰਵਾਏ। ਉਹਨਾਂ ਦੇ ਬਜ਼ੁਰਗਾਂ ਦੇ ਸਕਲਪਚਰਸ ਬਣੇ ਮੈਟਲ ਦੇ। ਤੇ ਇਨਫੈਕਟ ਅਸੀਂ ਉਹਨਾਂ ਦੇ ਰੈਸਟੋਰੇਸ਼ਨ ਵੀ ਜਿਹੜੀ ਹੈ ਮੰਦਿਰ ਦੀ ਕਾਫੀ ਕੀਤੀ। ਤੇ
ਉਸ ਤੋਂ ਬਾਅਦ ਜੀ ਫਿਰ ਅਸੀਂ ਮਾਨੇਸਰ ਹੈਗਾ ਹਯਾਤ, ਉਹਦਾ ਸਾਰਾ ਆਰਟ ਵਰਕ ਕੀਤਾ। ਬਹੁਤ ਖੂਬ। ਤੇ ਉਸ ਤੋਂ ਬਾਅਦ ਫਿਰ ਅੱਗੇ ਚਲੇ ਜਾਈਏ ਯੂਪੀ ਦੇ ਵਿੱਚ ਹੈ ਲਖਨਊ ਦੇ ਵਿੱਚ ਅਸੀਂ ਪਿਕੈਡਲੀ ਇੰਟਰਨੈਸ਼ਨਲ ਜਿਹੜਾ ਹੈਗਾ ਉਹਨਾਂ ਦਾ 5 ਸਟਾਰ, ਵਾਹ ਜੀ, ਉਹਦਾ ਟੋਟਲ ਆਰਟ ਵਰਕ ਕੀਤਾ ਜੀ। ਅੱਛਾ ਜੀ। ਤੇ ਉੱਥੇ ਫਿਰ ਕਾਫੀ ਪ੍ਰਾਈਵੇਟ ਕਲੈਕਸ਼ਨ ਵੀ ਸਾਡੀ ਕਾਫੀ ਹੈ। ਅੱਛਾ ਜੀ। ਤੇ ਉਸ ਤੋਂ ਬਾਅਦ ਜੇ ਅਸੀਂ ਰਾਜਸਥਾਨ ਜਾਈਏ ਤੇ ਰਾਜਸਥਾਨ ਦੇ ਵਿੱਚ ਜੀ ਅਸੀਂ ਬਰਡੀਆ ਗਰੁੱਪ ਹੈਗਾ ਜੀ, ਉਹਨਾਂ ਦਾ ਹੈਗਾ ਜੀ ਮਾਲਸ ਹੈਗੇ ਨੇ, ਉਹਨਾਂ ਮਾਲਸ ਦੇ ਵਿੱਚ ਅਸੀਂ ਕਾਫੀ ਸਕਲਪਚਰਸ ਲਗਾਏ, ਇਨਡੋਰ ਵੀ ਆਊਟਡੋਰ ਵੀ ਜੀ। ਫਿਰ ਇੱਕ ਹੈਗਾ ਸਾਡਾ ਤਕਰੀਬਨ 80 ਫੁੱਟ ਦਾ ਸਕਲਪਚਰ ਹੈਗਾ ਜਿਹੜਾ ਉਹਨਾਂ ਦੀ ਬਿਲਡਿੰਗ ਦੇ ਵਿੱਚ ਬਾਹਰ ਲੱਗਾ ਹੈਗਾ। ਅੱਛਾ ਜੀ। ਫਿਰ ਇੱਕ ਉਹਨਾਂ ਦਾ ਇੱਕ 35 ਫਿਟ ਬਾਏ 42 ਫਿਟ ਦਾ ਇੱਕ ਗਣੇਸ਼ ਜੀ ਦਾ ਪੂਰਾ ਮਿਊਰਲ ਬਣਾਇਆ। ਤੇ ਇਨਫੈਕਟ ਉੱਥੇ ਵੀ ਸਾਡੀ ਪ੍ਰਾਈਵੇਟ ਕਲੈਕਸ਼ਨ ਬਹੁਤ ਹੈ। ਥੋੜਾ ਫਿਰ ਹੋਰ ਅੱਗੇ ਨਿਕਲ ਜਾਈਏ ਤਾਂ ਫਿਰ ਅਸੀਂ ਰਾਏਪੁਰ ਦੇ ਵਿੱਚ ਬੈਬੀਲੋਨ ਗਰੁੱਪ ਹੈ ਜੀ, ਉਹਨਾਂ ਦੇ 5 ਸਟਾਰ ਦੇ ਕਾਫੀ ਕੰਮ ਕੀਤੇ ਹੈ ਜੀ। ਫਿਰ ਸਾਊਥ ਵਿੱਚ ਚਲ ਜਾਈਏ ਤੇ ਬੈਂਗਲੌਰ, ਉਸ ਤੋਂ ਬਾਅਦ ਤਮਿਲਨਾਡੂ, ਉੱਥੇ ਵੀ ਸਾਡੇ ਕਾਫੀ ਸਕਲਪਚਰਸ ਲੱਗੇ ਆ ਜੀ। ਜੀ ਜੀ। ਤੇ ਇਸ ਤਰ੍ਹਾਂ ਕਰਦੇ ਕਰਦੇ ਮੇਰਾ ਖਿਆਲ ਹੈ ਲਗਭਗ ਇੰਡੀਆ ਦਾ ਕਾਫੀ ਹਿੱਸਾ ਕਵਰ ਹੋ ਹੀ ਗਿਆ ਜੀ। ਜੀ ਜੀ, ਆਲਮੋਸਟ ਆਪਾਂ ਕਹਿ ਸਕਦੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਆਲਮੋਸਟ ਤੁਸੀਂ ਪੂਰਾ ਇੰਡੀਆ ਕਵਰ ਕਰ ਚੁੱਕੇ ਹੋ ਹੁਣ ਤੱਕ। ਤੇ ਜੇ ਹੁਣ ਗੱਲ ਆਪਾਂ ਸਰ ਕਰੀਏ ਕਿ ਤੁਸੀਂ ਇੰਡੀਆ ਵਿੱਚ ਤਾਂ ਕਾਫੀ ਏਰੀਆ ਕਵਰ ਕਰ ਚੁੱਕੇ ਹੋ, ਬਹੁਤ ਵੱਡੀਆਂ ਜਿਹੜੀਆਂ ਸ਼ਖਸੀਅਤਾਂ, ਸੰਸਥਾਵਾਂ, ਇੰਸਟੀਟਿਊਸ਼ਨ ਸਭ ਨਾਲ ਕੰਮ ਕਰ ਚੁੱਕੇ ਹੋ, ਤੇ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਕਿੱਥੇ ਤੱਕ ਆਪਣੀ ਕਲਾ ਨੂੰ ਪਹੁੰਚਾ ਚੁੱਕੇ ਹੋ? ਇੰਟਰਨੈਸ਼ਨਲ ਲੈਵਲ ਦੇ ਵਿੱਚ ਇਸ ਤਰ੍ਹਾਂ ਜੀ ਕਿ ਲਗਭਗ 1999 ਦੇ ਵਿੱਚ ਨਾ ਅਸੀਂ ਇੱਕ ਅਜੇ ਐਂਟਰਪ੍ਰਾਈਜ਼ਸ ਤੇ ਉਹਨਾਂ ਦਾ ਅਜੈਬਾ ਐਂਟਰਪ੍ਰਾਈਜ਼ਸ ਕਰਕੇ ਮਸਕਟ ਦੇ ਵਿੱਚ ਸੀਗੇ। ਹੌਸਪਿਟੈਲਿਟੀ ਦੇ ਵਿੱਚ ਉਹਨਾਂ ਦੇ ਅਸੀਂ ਕਾਫੀ ਰੈਸਟੋਰੈਂਟ ਤੇ ਹੋਟਲਸ ਕੀਤੇ ਨੇ। ਦੈਨ ਉਹਨਾਂ ਦਾ ਇੱਕ ਨੀਤੀ ਗਾਰਡਨਸ ਕਰਕੇ ਸੀਗਾ ਜੀ। ਹਾਂਜੀ ਹਾਂਜੀ। ਉਹਦੇ ਵਿੱਚ ਅਸੀਂ ਉਹਨਾਂ ਦਾ ਇੱਕ ਹਨੀਮੂਨ ਹਟਸ ਦਾ ਉਹਨਾਂ ਦਾ ਪ੍ਰੋਜੈਕਟ ਸੀਗਾ। 90 ਫੁੱਟ ਦੇ ਅਸੀਂ ਮੈਂਗੋ ਟਰੀਜ਼ ਬਣਾਏ, ਉਹਨਾਂ ਦੇ ਉੱਤੇ ਹਨੀਮੂਨ ਹਟਸ ਬਣਾਈਆਂ। ਜੀ ਜੀ ਜੀ। ਦੈਨ ਫਿਰ ਉੱਥੇ ਉਹਨਾਂ ਦੇ ਗਾਰਡਨਸ ਦੇ ਵਿੱਚ ਅਸੀਂ ਕਾਫੀ ਕੰਮ ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਦੇ ਅਸੀਂ ਜਿਹੜੇ ਹੁੰਦੇ ਆ ਨਾ ਜੀ ਮੈਡੀਟੇਸ਼ਨ ਸੈਂਟਰਸ ਜੀ, ਤੇ ਉਹਨਾਂ ਦੇ ਰੈਸਟੋਰੈਂਟਸ ਵਗੈਰਾ ਕਾਫੀ ਕੰਮ ਕੀਤੇ। ਤੇ ਉਸ ਤੋਂ ਬਾਅਦ ਅਸੀਂ ਫਿਰ ਜੀ ਸਿੰਗਾਪੁਰ ਦੇ ਵਿੱਚ ਕੀਤਾ ਸੀਗਾ ਜੀ ਇੱਕ ਜੰਗਲ ਤੰਦੂਰ ਰੈਸਟੋਰੈਂਟ ਕਰਕੇ। ਤੇ ਉਹਨਾਂ ਦਾ ਵੀ ਕਾਫੀ ਉਸ ਤੋਂ ਬਾਅਦ ਫਿਰ ਕੁਝ ਗਵਰਨਮੈਂਟ ਦੇ ਪ੍ਰੋਜੈਕਟ ਵੀ ਉੱਥੇ ਸਿੰਗਾਪੁਰ ਗਵਰਨਮੈਂਟ ਦੇ ਵੀ ਪ੍ਰੋਜੈਕਟ ਉਹਨਾਂ ਨੇ ਸਾਡੇ ਕੋਲੋਂ ਕਰਵਾਏ। ਜੀ ਜੀ ਜੀ। ਤੇ ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਕੁਝ ਪ੍ਰਾਈਵੇਟ ਕਲੈਕਸ਼ਨਸ ਦੇ ਵਿੱਚ ਹੈਗਾ ਜੀ ਕੰਮ ਸਾਡਾ। ਤੇ ਇੱਕ ਉੱਥੇ ਅਸੀਂ ਪੰਜਾਬੀ ਥੀਮ ਦੇ ਉੱਤੇ ਰੈਸਟੋਰੈਂਟ ਦੇ ਵਾਸਤੇ ਵੀ ਕੰਮ ਕੁਝ ਭੇਜਿਆ। ਅੱਛਾ ਜੀ। ਤੇ ਫਿਰ ਕੈਨੇਡਾ ਦੇ ਵਿੱਚ ਅਸੀਂ ਨਾ ਜੀ ਸਾਡਾ ਨਾ ਨਾਲ ਅਸੀਂ ਬਿਲਡਿੰਗ ਮੋਡਿਊਲਸ ਦਾ ਵੀ ਕੰਮ ਕਰਦੇ ਹਾਂ। ਸੋ ਗੁਰਦੁਆਰਾ ਗੁੰਬਦ ਅਸੀਂ ਕਾਫੀ ਸਾਡੇ ਕੈਨੇਡਾ ਦੇ ਵਿੱਚ ਲੱਗੇ ਨੇ, ਆਸਟ੍ਰੇਲੀਆ 'ਚ ਲੱਗੇ ਨੇ। ਫਿਰ ਹੁਣੇ ਇੱਕ ਅਮਰੀਕਾ ਦੇ ਵਿੱਚ ਵੀ ਜੀ ਸਾਡਾ ਇੱਕ ਗੁੰਬਦ ਦਾ ਕੰਮ ਚੱਲ ਰਿਹਾ ਮਿਸ਼ੀਗਨ ਦੇ ਵਿੱਚ। ਅੱਛਾ ਜੀ। ਤਕਰੀਬਨ 22 ਫੁੱਟ ਦਾ ਹੈਗਾ। ਤੇ ਲਿਸਟ ਬੜੀ ਲੰਬੀ ਹੈ ਤੇ ਇੱਕ ਛੋਟੇ ਜਿਹੇ ਐਪੀਸੋਡ ਵਿੱਚ ਮੈਂਸ਼ਨ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਜੀ। ਸਰ, ਇਹ ਜਿਹੜਾ ਤੁਹਾਡਾ ਸਾਰੀ ਕਲਾ ਹੈਗੀ ਹੈ, ਇਹਦਾ ਸਟਾਰਟਿੰਗ ਤੋਂ ਫਿਨਿਸ਼ਿੰਗ ਤੱਕ ਦਾ ਕੀ ਪ੍ਰੋਸੈਸ ਹੈਗਾ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਮਟੀਰੀਅਲ ਦੇ ਉੱਤੇ ਡਿਪੈਂਡ ਕਰਦਾ ਵੀ ਕਿਸ ਤਰ੍ਹਾਂ ਦਾ ਮਟੀਰੀਅਲ ਹੈ। ਔਰ ਅਸੀਂ ਪਰਮਾਤਮਾ ਦਾ ਸ਼ੁਕਰ ਅਦਾ ਕਰਾਂਗੇ ਕਿ ਇੱਕ ਸਕਲਪਟਰ ਨੂੰ ਜਿਹੋ ਜਿਹਾ ਸਟੂਡੀਓ ਚਾਹੀਦਾ ਉਹੋ ਜਿਹਾ ਸਟੂਡੀਓ ਸਾਡੇ ਕੋਲ ਹੈਗਾ। ਇਹਦੇ ਵਿੱਚ ਜੇ ਅਸੀਂ ਕਹੀਏ ਕਿ ਅਲੱਗ-ਅਲੱਗ ਮਟੀਰੀਅਲ, ਜਿਵੇਂ ਅਸੀਂ ਫਾਈਬਰ ਦੀ ਗੱਲ ਕਰੀਏ ਤੇ ਉਹਦੇ ਵਿੱਚ ਕਲੇ ਤੋਂ ਲੈ ਕੇ ਉਹਦਾ ਫਿਰ ਮੋਲਡ ਬਣਦਾ ਹੈ, ਫਿਰ ਮੋਲਡ ਤੋਂ ਉਹਦਾ ਇੱਕ ਪੀਸ ਕਾਸਟ ਹੁੰਦਾ ਹੈ। ਹੁਣ ਇਹ ਇੰਨੇ ਸਮੇਂ ਦੇ ਵਕਫੇ ਤੋਂ, ਅਗਰ ਮੈਂ ਕਹਾਂ ਕਿ 40 ਸਾਲ ਤੋਂ ਅਗਰ ਅਸੀਂ ਕੰਮ ਕਰ ਰਹੇ ਹਾਂ, ਮਤਲਬ ਫਾਦਰ ਤੋਂ ਬਾਅਦ ਅਸੀਂ ਲਗਭਗ ਸਾਨੂੰ 40 ਸਾਲ ਹੋ ਗਏ, ਤੇ ਉਸ ਸਮੇਂ ਦੇ ਵਿੱਚ ਸਾਡੇ ਕੋਲ ਇੰਨਾ ਬੈਕਅਪ ਮਟੀਰੀਅਲ ਹੋ ਜਾਂਦਾ, ਉਹਨਾਂ ਦੇ ਮੋਲਡਸ ਹੋ ਜਾਂਦੇ, ਸਾਰਾ ਕੁਝ ਹੋ ਜਾਂਦਾ ਹੈ। ਤੇ ਫਿਰ ਜੇ ਅਸੀਂ ਮੈਟਲ ਦੀ ਗੱਲ ਕਰੀਏ ਤੇ ਮੈਟਲ ਦੇ ਵਿੱਚ ਕੀ ਹੈਗਾ ਕਿ ਪਹਿਲਾਂ 2 ਤਰ੍ਹਾਂ ਦੇ ਪ੍ਰੋਸੈਸ ਹੁੰਦੇ ਆ। ਇੱਕ ਤਾਂ ਉਹਦੇ ਵਿੱਚ ਫੈਬਰੀਕੇਸ਼ਨ ਹੁੰਦੀ ਹੈ ਜਿਹੜਾ ਕਿ ਸ਼ੀਟ ਮੈਟਲ ਜਾਂ ਰੋਡਸ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਬਣਦਾ ਹੈ, ਤੇ ਇੱਕ ਹੁੰਦਾ ਹੈ ਕਿ ਕਾਸਟਿੰਗ ਹੁੰਦੀ ਹੈ। ਸੋ ਦੋਨੋਂ ਡਿਫਰੈਂਟ ਪ੍ਰੋਸੈਸ ਹੈਗੇ ਆ। ਸੋ ਇਹਦੇ ਵਿੱਚ ਜੇ ਅਸੀਂ ਕਰੀਏ ਤੇ ਮਟੀਰੀਅਲ ਜਿਹੜੇ ਹੈਗੇ ਨੇ, ਅਲੱਗ-ਅਲੱਗ ਮਟੀਰੀਅਲਸ ਜਿਹੜੇ ਨੇ ਉਹਨਾਂ ਨੂੰ ਸਟੈਕ ਕਰਨ ਵਾਸਤੇ ਜਗ੍ਹਾ ਚਾਹੀਦੀ ਹੈ। ਫਿਰ ਇੱਕ ਵੈਲਡਿੰਗ ਦਾ ਪ੍ਰੋਸੈਸ ਹੋ ਜਾਂਦਾ ਹੈ। ਫਿਰ ਕਾਸਟਿੰਗ ਦੇ ਵਿੱਚ ਜਿਹੜਾ ਹੈਗਾ ਇੱਕ ਭੱਠੀ ਹੋ ਜਾਂਦੀ ਹੈ, ਉਹਦਾ ਇੱਕ ਫਿਨਿਸ਼ਿੰਗ ਏਰੀਆ ਹੋ ਜਾਂਦਾ ਹੈ ਜਿੱਥੇ ਇੱਕ ਵੈਕਸ ਦਾ ਪ੍ਰੋਸੈਸ ਹੁੰਦਾ ਹੈ। ਜੀ ਜੀ ਜੀ। ਇਸ ਤਰ੍ਹਾਂ ਦਾ ਜੀ ਕਰਦੇ
ਬੜੇ ਸਾਰੇ ਡਿਫਰੈਂਟ ਹੈ ਬੜਾ ਇੱਕ ਮਤਲਬ ਕੁੱਲ ਮਿਲਾ ਕੇ ਤੁਹਾਡਾ ਸਾਰਾ ਇਹ ਜਿਹੜਾ ਤੁਸੀਂ ਪ੍ਰੋਸੈਸ ਦੱਸ ਰਹੇ ਹੋ ਤੁਹਾਡੇ ਫਾਰਮ ਹਾਊਸ ਤੇ ਈਜ਼ੀਲੀ ਹੋ ਜਾਂਦਾ ਹੈ। ਹਾਂਜੀ ਹਾਂਜੀ ਬੜਾ ਅਸੀਂ ਨਾ ਲਗਭਗ ਸਾਡੇ ਕੋਲ ਤਕਰੀਬਨ 3.5 ਏਕੜ ਦੇ ਕਰੀਬ ਜਗ੍ਹਾ ਹੈਗੀ ਹੈ ਅੱਛਾ ਜੀ। ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ਤਰੀਕੇ ਨਾਲ ਕੰਮ ਹੁੰਦੇ ਆ ਜਿਵੇਂ ਇੱਕ ਪਾਸੇ ਸਿਰਫ ਗੁਰਦੁਆਰਾ ਦੇ ਮੋਡਿਊਲਸ ਬਣਦੇ ਨੇ ਬਿਲਡਿੰਗ ਮੋਡਿਊਲਸ ਬਣਦੇ ਨੇ ਇੱਕ ਪਾਸੇ ਮੈਟਲ ਕਾਸਟਿੰਗ ਦਾ ਹੁੰਦਾ ਇੱਕ ਪਾਸੇ ਕਲੇ ਦਾ ਅਲੱਗ ਹੈ ਫਾਈਬਰ ਦਾ ਅਲੱਗ ਹੈ। ਜੀ ਜੀ ਅੱਛਾ ਸਰ ਜੀ ਤੁਸੀਂ ਇੱਕ ਕਲਾਕਾਰ ਹੋ ਤੇ ਨਾਰਮਲੀ ਆਪਾਂ ਦੇਖਦੇ ਹਾਂ ਕਿ ਕਲਾਕਾਰ ਦਾ ਜਿਹੜਾ ਘਰ ਹੁੰਦਾ ਨਾ ਉੱਥੋਂ ਵੀ ਸਾਨੂੰ ਉਹ ਚੀਜ਼ ਜਿਹੜੀ ਆਪਾਂ ਸੁੰਘ ਸਕਦੇ ਸਾਨੂੰ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ ਐਂਟਰੀ ਤੇ ਉਹਨਾਂ ਦੇ ਆਲੇ ਦੁਆਲੇ ਨੂੰ ਦੇਖ ਕੇ। ਤੇ ਤੁਸੀਂ ਆਪਣੇ ਘਰ ਬਾਰੇ ਕੁਝ ਦੱਸੋ। ਬਿਲਕੁਲ ਜੀ ਦੇਖੋ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਪ੍ਰੋਫੈਸ਼ਨ ਹੋਏਗਾ ਨਾ ਤੁਹਾਨੂੰ ਉਹੋ ਜਿਹੀ ਖੁਸ਼ਬੂ ਆ ਜਾਏਗੀ। ਜੇ ਡਾਕਟਰ ਦੇ ਘਰ ਜਾਓਗੇ ਤਾਂ ਤੁਹਾਨੂੰ ਉੱਥੇ ਦਵਾਈਆਂ ਦੀ ਖੁਸ਼ਬੂ ਆ ਜਾਣੀ ਹੈ। ਸਾਡੇ ਘਰ ਆਓਗੇ ਨਾ ਤੁਹਾਨੂੰ ਐਂ ਲੱਗੇਗਾ ਕਿ ਮਿਊਜ਼ੀਅਮ ਦੇ ਵਿੱਚ ਤੁਸੀਂ ਐਂਟਰ ਕਰ ਗਏ ਕਿਉਂਕਿ ਇੰਨੇ ਸਮੇਂ 'ਚ ਪਹਿਲਾਂ ਫਾਦਰ ਕੰਮ ਕਰਦੇ ਸੀਗੇ ਤੇ ਉਹਨਾਂ ਦੇ ਵੀ ਤੁਹਾਨੂੰ ਕਲਾਤਮਕ ਕੰਮ ਮਿਲ ਜਾਣਗੇ ਫਿਰ ਸਾਡੇ ਕੰਮ ਹੋ ਗਏ ਸਾਡੇ ਵਾਈਫਸ ਦੇ ਹੋ ਗਏ ਸਾਡੇ ਹੁਣ ਬੱਚਿਆਂ ਨੇ ਵੀ ਸ਼ੁਰੂ ਕਰਤੇ ਆ ਸੋ ਘਰ ਭਰਦਾ ਮਿਊਜ਼ੀਅਮ ਵੀ ਬਣ ਗਿਆ। ਚਲੋ ਸ਼ੁਕਰ ਹੈ ਜੀ ਪਰਮਾਤਮਾ ਦਾ। ਜੀ 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 ਸਰ ਸਟੈਚੂ ਜਾਂ ਜਿਹੜੀਆਂ ਹੁੰਦੀਆਂ ਨੇ ਕਲਾਕ੍ਰਿਤੀਆਂ ਤੁਸੀਂ ਦੱਸਿਆ ਕਿ ਹੋਟਲਸ ਵਿੱਚ ਵੀ ਤੁਸੀਂ ਲਗਾਉਂਦੇ ਹੋ ਜਾਂ ਗਵਰਨਮੈਂਟ ਇੰਸਟੀਟਿਊਸ਼ਨ ਜਿਹੜੇ ਹੈਗੇ ਉੱਥੇ ਵੀ ਲੱਗੀਆਂ ਹੋਈਆਂ ਨੇ ਇਹ ਸਾਰੇ ਬੁੱਤ ਘੜਨ ਦੀ ਕਲਾ ਤੋਂ ਇਲਾਵਾ ਹੋਰ ਤੁਸੀਂ ਕਿਹੜੀਆਂ ਰਚਨਾਵਾਂ ਜਿਹੜੀਆਂ ਰਚਦੇ ਹੋ ਕਿਹੜੀਆਂ ਚੀਜ਼ਾਂ ਬਣਾਉਂਦੇ ਹੋ ਡਿਜ਼ਾਈਨ ਕਰਦੇ ਹੋ। ਬਿਲਕੁਲ ਜੀ ਇਸ ਤਰ੍ਹਾਂ ਹੈ ਕਿ ਬੁੱਤ ਘੜਾ ਜਿਹੜਾ ਬੁੱਤ ਘੜਨ ਦੇ ਵਿੱਚ ਨਾ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਜੀ ਹਰ ਇੱਕ 3D ਜਿਹੜੀ ਹੈਗੀ ਆ ਫਰਨੀਚਰ ਹੈ ਵਾਲ ਹੈਂਗਿੰਗਸ ਹੈਗੀਆਂ ਨੇ ਮਿਊਰਲਸ ਹੈਗੇ ਨੇ ਵਾਲ ਕਲੌਕਸ ਹੈਗੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਈਵਨ ਜਿਹੜਾ ਹੈਗਾ ਜਿੰਨੀ ਵੀ ਤਰ੍ਹਾਂ ਦੀ ਲਾਈਫ ਸਟਾਈਲ ਐਸੈਸਰੀਜ਼ ਹੈ ਅਸੀਂ ਅੱਜ ਤੱਕ ਅਗਰ ਗੱਲ ਮੈਂ ਕਰਾਂ ਅਗਰ ਮੈਂ ਯਾਦ ਕਰਾਂ ਆਪਣੇ ਸਫ਼ਰ ਨੂੰ ਤਾਂ ਅਸੀਂ ਕਾਰਾਂ ਤੱਕ ਜਿਹੜੀਆਂ ਨੇ ਡਿਜ਼ਾਈਨ ਕੀਤੀਆਂ ਬਾਈਕਸ ਬਹੁਤ ਡਿਜ਼ਾਈਨ ਕੀਤੀਆਂ ਈਵਨ ਜਹਾਜ਼ਾਂ ਦੇ ਬੜੇ ਸਾਰੇ ਮਾਡਲ ਜਿਹੜੇ ਨੇ ਬਣਾਏ ਨੇ ਤੇ ਉਸ ਤੋਂ ਬਾਅਦ ਪਲਾਂਟਰਸ ਦਾ ਸਾਨੂੰ ਬੜਾ ਸ਼ੌਂਕ ਹੈ ਜੀ ਤੇ ਤੁਸੀਂ ਇਨਫੈਕਟ ਤੁਸੀਂ ਦੇਖੇ ਵੀ ਸਾਡੇ ਸਟੂਡੀਓ ਦੇ ਤੁਹਾਨੂੰ ਪਲਾਂਟਸ ਹੀ ਪਲਾਂਟ ਸਾਰੇ ਪਾਸੇ ਮਿਲ ਜਾਣਗੇ ਤੇ ਪਲਾਂਟਰਸ ਬਹੁਤ ਤਰ੍ਹਾਂ ਦੇ ਹੈਗੇ ਨੇ ਉਹਨਾਂ ਦੇ ਚ ਅਲੱਗ-ਅਲੱਗ ਤਰ੍ਹਾਂ ਦੇ ਸੈਗਮੈਂਟ ਹੁੰਦੇ ਆ ਕੋਈ ਫਲੋਰ ਤੇ ਹੈ ਕੋਈ ਹਵਾ ਦੇ ਵਿੱਚ ਹੈ ਕੋਈ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਹੋ ਗਈਆਂ। ਅੱਛਾ ਸਰ ਤੁਸੀਂ ਲਾਈਫ ਸਟਾਈਲ ਦੀਆਂ ਚੀਜ਼ਾਂ ਦੀ ਗੱਲ ਕੀਤੀ ਹੈ ਕਿ ਤੁਸੀਂ ਉਹ ਵੀ ਡਿਜ਼ਾਈਨ ਕਰਦੇ ਹੋ ਤੇ ਹੋਰ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਲਾਈਫ ਸਟਾਈਲ ਵਿੱਚ ਯੂਜ਼ ਆਉਂਦੀਆਂ ਜਿਹੜੀਆਂ ਤੁਸੀਂ ਡਿਜ਼ਾਈਨ ਕਰਦੇ ਹੋ। ਲਾਈਫ ਸਟਾਈਲ ਦੇ ਵਿੱਚ ਨਾ ਜੀ ਅਸੀਂ ਸ਼ੂਜ਼ ਕੀਤੇ ਨੇ ਡਰੈਸਿਸ ਕੀਤੀਆਂ ਨੇ ਹੈਡ ਗੇਅਰਸ ਹੈਗੇ ਨੇ ਸੈਮੀ ਪ੍ਰੈਸ਼ੀਅਸ ਜਿਊਲਰੀ ਹੈਗੀ ਆ ਤੇ ਇਨਫੈਕਟ ਮੈਂ ਘਰਾਂ ਦੀ ਵੀ ਉਹ ਗੱਲ ਕਰ ਰਿਹਾ ਸੀਗਾ ਤੇ ਲਾਈਟਸ ਤਾਂ ਅਸੀਂ ਬਹੁਤ ਡਿਜ਼ਾਈਨ ਕੀਤੀਆਂ ਜੀ। ਅੱਛਾ ਜੀ। ਤੇ ਇਨਡੋਰ ਹੈ ਆਊਟਡੋਰ ਹੈਗੀਆਂ ਨੇ ਡਿਜ਼ਾਈਨਰ ਲਾਈਟਸ ਹੈਗੀਆਂ ਨੇ ਕੁੱਲ ਮਿਲਾ ਕੇ ਤੁਸੀਂ ਸਾਰਾ ਕੁਝ ਜਿਹੜਾ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਹੈ ਸਾਰਾ ਕੁਝ ਹੀ ਕਰ ਲੈਂਦੇ ਹੋ ਡਿਜ਼ਾਈਨ ਜੀ। ਬਿਲਕੁਲ ਜੀ ਤੇ ਤੁਹਾਨੂੰ ਬਹੁਤ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਤੁਹਾਡੇ ਫਾਦਰ ਸਾਹਿਬ ਤੋਂ ਜਿਹੜੀ ਕਲਾ ਸ਼ੁਰੂ ਹੋਈ ਹੈ ਹੁਣ ਤੱਕ ਤੁਹਾਡੀਆਂ ਸਾਰੀਆਂ ਪੀੜ੍ਹੀਆਂ ਜਿਹੜੀਆਂ ਅੱਗੇ ਤੱਕ ਜਨਰੇਸ਼ਨ ਜਾ ਰਹੀ ਹੈ ਸਭ ਨੇ ਬਹੁਤ ਬਖੂਬੀ ਇਹ 'ਚ ਆਪਣਾ ਰੋਲ ਨਿਭਾਇਆ ਹੈ ਤੇ ਬਹੁਤ ਹੀ ਇਹਨੂੰ ਬਖੂਬੀ ਸੰਭਾਲ ਕੇ ਰੱਖਿਆ ਹੋਇਆ ਹੈ। ਤੁਹਾਡਾ ਸਾਡੇ ਲਈ ਟਾਈਮ ਕੱਢਣ ਲਈ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ ਸ਼ੁਕਰੀਆ ਧੰਨਵਾਦ। ਦਰਸ਼ਕੋ ਅਗਲੀ ਵਾਰੀ ਇੱਕ ਨਵੀਂ ਪਰਸਨੈਲਿਟੀ ਨਵੀਂ ਸ਼ਖਸੀਅਤ ਤੁਹਾਡੇ ਰੂਬਰਿਕ ਕਰਾਂਗੇ ਤਦ ਤੱਕ ਲਈ ਸ਼ੁਕਰੀਆ ਜੀ।